दस्खत का पातशाही 10वीं। अकाल पुरख की रक्षा हमने, सर्व लोह की रक्षा हमने। हाँ जी, हलो धीरस है रक्षा। ਜਦੋਂ ਵੀ ਕੋਈ ਆਉਂਦੀ ਹੈ ਨਾ ਬਾਣੀ, ਜਿਹਨੂੰ ਆਪਾਂ ਗੁਰਬਾਣੀ ਦੇ ਤੁੱਲ ਬੋਲੀਏ, ਉੱਥੇ ਪਾਤਸ਼ਾਹੀ 10ਵੀਂ ਆਊ ਨਾਲ। ਜਿਹੜੇ ਹੋਰ ਚਰਿੱਤਰ ਨੇ ਚਰਿੱਤਰ, ਉੱਥੇ 10 ਪਾਤਸ਼ਾਹ ਦੇ ਨਹੀਂ ਹੈ। ਜਿਹੜੇ ਕੱਲ ਆਪਾਂ ਨੇ ਉਹ ਕੀਤਾ ਅਕਾਲ ਉਸਤਤ 24 ਅਵਤਾਰਾਂ ਦੇ 24 ਅਵਤਾਰਾਂ ਦੇ ਮੁੱਢ, ਉੱਥੇ ਪਾਤਸ਼ਾਹੀ 10ਵੀਂ ਹੈ। ਅੱਗੇ ਕਿਤੇ ਪਾਤਸ਼ਾਹੀ 10ਵੀਂ ਨਹੀਂ ਹੈ, ਕਿਉਂਕਿ ਜਿੱਥੇ ਦੁਨਿਆਵੀ ਗੱਲ ਹੈ, ਕੋਈ ਸਾਖੀ ਕਹਾਣੀ ਹੈ, ਉੱਥੇ ਪਾਤਸ਼ਾਹੀ ਨਹੀਂ ਲਿਖਦੇ ਆਪਣੇ ਆਪ ਨੂੰ, ਜਨਰਲ ਰਾਈਟਰ ਲਿਖਦੇ ਨੇ। ਉੱਥੇ ਆ ਕੇ ਸ਼ਾਮ ਲਫ਼ਜ਼ ਵਰਤਿਆ ਜਾਂਦਾ, ਉੱਥੇ ਆ ਕੇ ਰਾਮ ਲਫ਼ਜ਼ ਵਰਤਿਆ ਜਾਂਦਾ। ਨਾ ਸ਼ਾਮ ਪੂਰਾ ਨਾ ਰਾਮ ਪੂਰਾ, ਕਿਉਂਕਿ ਰਾਮ ਸ਼ਾਮ ਤਾਂ ਦੋਏ, ਅੰਦਰ ਰਾਮ ਬੋਲਦਾ, ਬਾਹਰ ਸ਼ਾਮ ਬੋਲਦਾ। ਮਨ ਸ਼ਾਮ ਹੈ, ਚਿੱਤ ਰਾਮ ਹੈ, ਇਹ ਦੋਏ ਰਲ ਕੇ ਇੱਕ ਹੁੰਦਾ ਹੈ। ਜਦੋਂ ਦੁਨਿਆਵੀ ਸੱਚ ਦੀ ਗੱਲ ਕਰਦੇ ਨੇ, ਦੁਨਿਆਵੀ ਸੱਚ ਹੁੰਦਾ ਇੱਕ, ਨਿਰਾਕਾਰੀ ਸੱਚ ਨੂੰ ਮਿਲਦੀ ਜੁਲਦੀ ਜਾਂ ਗੱਲ ਹੈ। ਸਿੱਖਿਆ ਜਿਹੜੀ ਨਾ, ਸੱਚ ਦੀ ਸਿੱਖਿਆ ਸੰਸਾਰ ਦੇ ਵਿੱਚ ਵੀ ਤਾਂ ਦਿੰਦੇ ਨੇ ਲੋਕ। ਤੁਰਕੀ ਵਾਲੀ ਦੇ ਤੁੱਲ ਗੱਲ ਹੈ ਜਿਹੜੀ, ਤੁੱਲ, ਉਹ ਤੇ ਰਾਮ ਵਰਤ ਲੈਂਦੇ ਨੇ ਲਫ਼ਜ਼, ਨਹੀਂ ਸ਼ਾਮ ਵਰਤ ਲੈਂਦੇ, ਬਸ ਹੋਰ ਕੁਝ ਨਹੀਂ ਹੈ। ਇੱਕੋ ਹੀ ਆਦਮੀ ਦੇ ਦੋ ਨਾਮ ਨੇ। ਜਿਵੇਂ ਗੁਰਬਾਣੀ ਰਾਮ ਔਰ ਸ਼ਾਮ ਭਗਤੀ ਹੈ, ਜਿਹੜੀ ਗੁਰਬਾਣੀ ਹੈ ਰਾਮ ਸ਼ਾਮ ਦੀ ਇਕੱਠੀ ਭਗਤੀ ਹੈ। ਨਾਰਾਇਣ ਦਾ ਅਵਤਾਰ ਵੀ ਇੱਕੋ ਹੀ ਹੈ। ਇੱਥੇ ਨਾਰਾਇਣ ਦਾ ਅਵਤਾਰ ਆਊਗਾ ਇਹਦੇ ਵਿੱਚ 10 ਗ੍ਰੰਥ 'ਚ। ਅਵਤਾਰ ਇੱਕ ਹੈ, ਆਦਮੀ ਦੋ ਨੇ, ਨਾਰਾਇਣ। ਨਾਰ ਉਹ ਹੈ ਜਿਹਨੇ ਜਨਮ ਲਿਆ ਸੀ ਗਰਭ 'ਚ, ਸਰੀਰ 'ਚ। ਨਾਰਾਇਣ ਉਹ ਜਿਹੜਾ ਪਿੱਛੇ ਸਾਹ ਲੈਂਦਾ। ਦੋਹਾਂ ਦਾ ਅਵਤਾਰ ਇੱਕੋ ਹੀ ਹੋਣਾ, ਦੋਹਾਂ ਨੇ ਕੋਣ ਨੇ, ਨਰ ਵੀ ਆਉਂਦਾ, ਨਾਰਾਇਣ ਵੀ ਆਉਂਦਾ, ਦੋਵੇਂ ਰਲ ਕੇ ਕੋਣੇ ਫਿਰ ਅਵਤਾਰ ਹੋਣਾ। ਜਿਹੜਾ ਅਵਤਾਰ ਵੀ ਹੈ ਇਹਨੂੰ ਵੀ ਅੰਸਾ ਅਵਤਾਰ ਕਹਿੰਦੇ ਨੇ। ਉਹ ਜਿਹੜਾ ਸੱਚਖੰਡ ਦੀ ਆਵਾਜ਼ ਹੈ, ਉਹਦੇ ਵਿੱਚ ਜਿੰਨੀਆਂ ਵੀ ਆਵਾਜ਼ਾਂ ਨੇ ਕੱਲੇ ਕੱਲੇ ਦੀਆਂ, ਕੱਲੇ ਦੀ ਆਵਾਜ਼ ਨੂੰ ਅੰਸਾ ਅਵਤਾਰ ਕਹਾਂਗੇ। ਹੈ ਕੋਈ ਆਵਾਜ਼, ਉਹਦੇ ਵਿੱਚੇ ਮਿਕਸ ਹੈ। ਪਰ ਜੇ ਕੱਲੇ ਦਾ ਨੂੰ ਲਵਾਂਗੇ ਨਾ, ਨਾਨਕ ਕੱਲੇ ਦੀ ਜੇ ਆਪਾਂ ਗੱਲ ਕਰੀਏ, ਆਵਾਜ਼ ਵਿੱਚੇ ਹੁਕਮ ਦੇ ਨਾਨਕ ਦੀ, ਪਰ ਉਹ ਅੰਸਾ ਅਵਤਾਰ ਹੈ। ਉਹ ਪੂਰੀ ਆਵਾਜ਼ ਦਾ, ਪੂਰੇ ਸੱਚਖੰਡ ਦਾ ਇੱਕ ਅੰਸ਼ ਹੈ। ਜਿਵੇਂ ਬੂੰਦ ਇੱਕ ਸਮੁੰਦਰ ਦਾ ਅੰਸ਼ ਹੁੰਦੀ ਹੈ, ਪਰ ਬੂੰਦਾਂ ਰਲ ਕੇ ਤਾਂ ਸਮੁੰਦਰ ਬਣਿਆ, ਬੂੰਦਾਂ ਰਲ ਕੇ ਸਮੁੰਦਰ ਬਣਿਆ। ਉਹ ਅੰਸਾ ਅਵਤਾਰ ਵੀ ਇਹਦੇ 'ਚ ਆਊਗਾ। ਹੁਣ ਅੰਸਾ ਅਵਤਾਰ ਵੀ ਕਹਾਂ ਆਊਗਾ। ਅੰਸਾ ਅਵਤਾਰ ਦਾ ਵਿਦਵਾਨ ਅਰਥ ਇਹਨਾਂ ਨੇ, ਵਿਦਵਾਨਾਂ ਨੇ ਕੁਛ ਹੋਰ ਰੱਖਿਆ ਹੋਇਆ। ਚਲੋ ਜੋ ਮਰਜ਼ੀ ਰੱਖਣਗੇ, ਜੇ ਇਹਨਾਂ ਨੂੰ ਠੀਕ ਅਰਥਾਂ ਦਾ ਪਤਾ ਹੁੰਦਾ ਫਿਰ ਲੱਭ ਨਾ ਲੈਂਦੇ ਸੱਚ ਨੂੰ। ਇੱਥੋਂ ਹੀ ਤਾਂ ਗੱਲ, ਭਾਸ਼ਾ ਦੀ ਅਰਥਾਂ ਤੋਂ ਹੀ ਦਿਸ਼ਾ ਬਦਲ ਜਾਂਦੀ ਹੁੰਦੀ ਹੈ। ਭਾਸ਼ਾ ਦੇ ਜੇ ਅਰਥ ਠੀਕ ਨਹੀਂ ਤੁਹਾਡੇ ਕੋਲ, ਉਹਦਾ ਗਿਆਨ ਠੀਕ ਨਹੀਂ ਹੋਣਾ, ਗਿਆਨ ਠੀਕ ਨਹੀਂ ਹੋਣਾ, ਦਿਸ਼ਾ ਠੀਕ ਨਹੀਂ ਹੋਣੀ, ਸਮਝ ਠੀਕ ਨਹੀਂ ਹੋਣੀ। ਹਾਂਜੀ, ਹੁਣ ਇਹ ਹੈ ਅਕਾਲ ਉਸਤਤ। ਅਕਾਲ ਕੌਣ ਹੈ? ਕਾਲ ਅਕਾਲ ਖਸਮ ਕਾ ਕੀ ਹੈ? ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਕਾਲ ਹੈ ਜਿਹੜਾ ਨਾ, ਹੁਕਮ ਹੈ, ਕੋਈ ਜਬਰ ਵਰਨਾ ਹੁਕਮ ਹੈ ਨਾ। ਕਾਲ ਅਕਾਲ ਖਸਮ ਕਾ ਕੀ ਹੈ? ਇਹ ਅਕਾਲ ਜਿਹੜਾ ਖਸਮ ਹੈ, ਇਹ ਉਹਦੀ ਵਡਿਆਈ, ਉਹਦੀ ਉਸਤਤੀ ਹੈ। ਹੁਕਮ ਤੋਂ ਪਿੱਛੇ ਖੜਾ ਹੈ, ਹੁਕਮ ਇਹਨੇ ਪੈਦਾ ਕੀਤਾ ਹੈ। ਇਹ ਹਮੇਸ਼ਾ ਰਹਿੰਦਾ, ਹੁਕਮ ਹਮੇਸ਼ਾ ਨਹੀਂ ਰਹਿੰਦਾ। ਹੁਕਮ ਪ੍ਰਗਟ ਹੁੰਦਾ ਰਹਿੰਦਾ, ਗੁਪਤ ਹੁੰਦਾ ਰਹਿੰਦਾ। ਕੋਈ ਵੀ ਹਾਕਮ ਹਮੇਸ਼ਾ ਹੀ ਤਾਂ ਹੁਕਮ ਨਹੀਂ ਕਰਦਾ ਰਹਿੰਦਾ ਨਾ। ਉਹ ਸੰਸਾਰ ਦੇ ਵਿੱਚ ਇੱਥੇ ਤਾਂ ਇਹ ਹਾਕਮ ਤਾਂ ਹਮੇਸ਼ਾ ਹੀ ਹੁਕਮ ਕਰਦਾ, ਕਿਉਂਕਿ ਇੱਥੇ ਬਹੁਤ ਦੂਰ ਤੱਕ ਪਸਾਰਾ ਨਾ ਸ੍ਰਿਸ਼ਟੀ ਦਾ, ਇਹਦੀ ਜ਼ਿੰਮੇਵਾਰੀ ਬਹੁਤ ਹੈ ਨਾ।
ਇਹ ਤਾਂ ਹਮੇਸ਼ਾ ਹੀ ਬੋਲਦਾ ਰਹਿੰਦਾ, ਹੁਕਮ ਕਰਦਾ ਹੀ ਰਹਿੰਦਾ। ਪਰ ਜਨਰਲੀ ਹਾਕਮ ਹੁਕਮ ਹਮੇਸ਼ਾ ਨਹੀਂ ਕਰਦੇ, ਇਹਨੂੰ ਹਮੇਸ਼ਾ ਹੀ ਕਰਨਾ ਪੈਂਦਾ। ਕਿ ਜੰਮਦੇ ਮਰਦੇ ਹਮੇਸ਼ਾ ਹੀ ਰਹਿੰਦੇ ਨੇ, ਹਮੇਸ਼ਾ ਹੀ ਭੁੱਖ ਲੱਗਦੀ ਹੈ, ਲੋੜਾਂ ਨੇ, ਹਮੇਸ਼ਾ ਹੀ ਇਹਦਾ ਹੁਕਮ ਚੱਲਦਾ ਰਹਿੰਦਾ। ਪਰ ਜਿੰਨਾ ਚਿਰ ਸ੍ਰਿਸ਼ਟੀ ਹੈ ਉਹਨਾਂ ਚਿਰ ਚੱਲਦਾ, ਜਾਂ ਸ੍ਰਿਸ਼ਟੀ ਨਹੀਂ ਹੁੰਦੀ ਫਿਰ ਹੁਕਮ ਬੰਦ ਹੋ ਜਾਂਦਾ। ਚੰਦ ਸੂਰਜ ਵੀ ਇਹਨੇ ਹੁਕਮ 'ਚ ਰੱਖਣੇ ਨੇ, ਪੌਣ ਪਾਣੀ ਵੀ ਹੁਕਮ ਦੇ ਵਿੱਚ ਰੱਖਣੇ ਨੇ, ਸਾਰੇ ਜੀਵ ਵੀ ਹੁਕਮ 'ਚ ਰੱਖਣੇ ਨੇ। ਸਮਝੇ ਨਹੀਂ? ਤੇ ਉਹਨੂੰ ਤਾਂ ਸਦਾ ਹੀ ਬੋਲਣਾ ਪੈਣਾ, ਸਦਾ ਜਾਗਦਾ ਹੀ ਰਹਿਣਾ ਪੈਣਾ। ਪਰ ਜਦੋਂ ਇਹ ਰਚਨਾ ਹੁੰਦੀ ਹੋ ਨਹੀਂ, ਫਿਰ ਹੁਕਮ ਦੀ ਲੋੜ ਹੀ ਨਹੀਂ ਹੁੰਦੀ। ਅਕਾਲ ਉਦੋਂ ਵੀ ਹੁੰਦਾ, ਅਕਾਲ ਦੀ ਹੋਂਦ ਉਦੋਂ ਵੀ ਹੈ। ਸਮਝਿਆ ਨਹੀਂ? ਇਹਦੀ ਹੋਂਦ ਉਦੋਂ ਵੀ। ਇਹ ਕੀ ਹੈ? ਉਦੋਂ ਕੀ ਹੁੰਦਾ? ਸੁਨ ਸਮਾਧ ਲਗਾਏ ਦਾ। ਅਕਾਲ ਸੁਨ ਸਮਾਧ ਲਗਾਏ ਦਾ ਹੁੰਦਾ, ਜਦ ਹੁਕਮ ਪੈਦਾ ਕਰ ਲੈਂਦਾ, ਇਹ ਸ੍ਰਿਸ਼ਟੀ ਰਚ ਲੈਂਦਾ, ਫਿਰ ਇਹ ਸਹਿਜ ਸਮਾਧ 'ਚ ਹੋ ਜਾਂਦਾ। ਸਹਿਜ ਸਮਾਧ, ਸਹਿਜ ਅਵਸਥਾ 'ਚ ਹੋ ਜਾਂਦਾ ਹੈ। ਸਹਿਜ ਅਵਸਥਾ, ਸਮਾਧਾ ਉਹਦਾ ਟਿਕਿਆ ਹੋਇਆ, ਸਮਾਧਾ ਉਹਦਾ ਟਿਕਿਆ ਹੋਇਆ, ਟਿਕਿਆ ਹੋਇਆ ਫਿਰ ਵੀ ਹੈ, ਪਰ ਸਹਿਜ ਅਵਸਥਾ 'ਚ, ਪਰਉਪਕਾਰ ਦੀ ਮੁਦਰਾ 'ਚ, ਪਰਉਪਕਾਰ ਦੀ ਮੁਦਰਾ 'ਚ। ਆਪਣਾ ਹਿੱਤ ਕੋਈ ਨਹੀਂ ਹੈ, ਪਰਉਪਕਾਰ ਦਾ ਮੁਦਰਾ ਹੈ, ਪਰਉਪਕਾਰ ਵਾਸਤੇ। ਜੀਵਾਂ ਦੀ ਜਿਹੜੇ ਅੱਜ ਕਮਜ਼ੋਰੀ ਪੈ ਗਈ ਉਹਨਾਂ ਦੀ ਭਲਾਈ ਵਾਸਤੇ, ਡਿਵੈਲਪਮੈਂਟ ਵਾਸਤੇ। ਸਹਿਜ ਸਮਾਧ ਹੈ। ਜੇ ਸਹਿਜ ਸਮਾਧ ਹੋਊ ਤੇ ਚਿੰਤਾ ਵੀ ਹੋਊ। ਸੁਰਨ ਸਮਾਧ 'ਚ ਨਹੀਂ ਚਿੰਤਾ ਹੁੰਦੀ, ਸਹਿਜ ਸਮਾਧ ਚਿੰਤਾ ਹੁੰਦੀ ਹੈ। ਇਸ ਕਰਕੇ ਕਹੇ ਸਰਬ ਕੀ ਚਿੰਤਾ ਜਿਸ ਮਨ ਮਾਰੇ। ਜਿਸ ਮਨ ਮਾਰੇ। ਕਿਹਦੇ ਮਨ ਮਾਰੇ? ਆਹ ਅਕਾਲ ਹੈ ਜਿਹੜਾ, ਇਹਦੇ ਮਨ 'ਚ ਹੈ ਸਾਰਿਆਂ ਦੀ ਚਿੰਤਾ। ਕਿ ਜ਼ਿੰਮੇਵਾਰੀ ਹੈ ਨਾ ਸਾਰੀ ਰਚਨਾ ਦੀ। ਚਾਂਦਾ ਸੂਰਜ ਨੂੰ ਪੈਰ ਚਲਾਉਣਾ ਨਾ, ਸਾਰਿਆਂ ਨੂੰ ਖਾਣ ਨੂੰ ਦੇਣਾ, ਜਿਹੜੇ ਪੈਦਾ ਕਰਨ ਨੂੰ ਉਹਦਾ ਧਿਆਨ ਵੀ ਰੱਖਣਾ ਨਾ। ਧਿਆਨ ਰੱਖਣ ਵਾਲੇ ਦੇ ਅੰਦਰ ਚਿੰਤਾ ਤਾਂ ਹੁੰਦੀ ਹੈ ਨਾ। ਜਾਗਦਾ ਰਹਿਣਾ, ਧਿਆਨ ਦੇ ਵਿੱਚ ਸਭ ਨੂੰ ਰੱਖਣਾ, ਸਭ ਨੂੰ ਧਿਆਨ 'ਚ ਚਲਾਉਣਾ। ਇਸ ਐਸੀ ਕੋਈ ਚਿੰਤਾ ਨਹੀਂ ਹੈ ਜਿਹੜੀ ਇਹਦੇ ਵਾਸਤੇ ਬਾਹਰ ਹੋਵੇ, ਐਸਾ ਕੋਈ ਕੰਮ ਨਹੀਂ ਜਿਹੜਾ ਵਾਸਤੇ ਬਾਹਰ ਹੋਵੇ। ਫਿਰ ਵੀ ਚਿੰਤਾ ਤਾਂ ਚਿੰਤਾ ਕਰਕੇ ਹੀ ਤਾਂ ਹਰ ਵਕਤ ਯਾਦ ਰੱਖਦਾ ਨਾ ਸਭ ਨੂੰ। ਇਹ ਅਕਾਲ ਹੈ। ਅਕਾਲ ਬਾਰੇ ਅਸੀਂ ਜਾਣਕਾਰੀ ਲਈ ਹੈ ਪਹਿਲਾਂ। ਅਕਾਲ ਇਹਦੀ ਉਸਤਤ ਹੈ। ਆ ਜਿਹੜਾ ਚੈਪਟਰ ਚੱਲੂਗਾ ਇਹ ਪੁਰਖਵਾਚਕ 'ਚ ਆਊਗਾ। ਇਹ ਚੈਪਟਰ ਇਹਦੇ ਵਿੱਚ ਇੱਕ ਤਰਪੰਗੀ ਛੰਦ ਆਊਗਾ, ਇਹਦੇ ਵਿੱਚ ਆਊਗਾ। ਉਹ ਕੀ ਆਊਗਾ? ਉਹ ਇਹਦੇ ਹੁਕਮ ਦੀ ਉਸਤਤੀ ਹੈ, ਉਹ ਮਾਤਾ ਰੂਪ ਦੀ ਉਸਤਤੀ ਹੈ, ਇਹ ਪੁਰਖ ਰੂਪ ਦੀ ਉਸਤਤੀ ਹੈ। ਕਿਉਂਕਿ ਸ੍ਰਿਸ਼ਟੀ ਰਚੀ ਹੋਈ ਹੈ ਨਾ। ਹੁਣ ਇਹ ਕਰਦਾ ਆਪਣੇ ਹੁਕਮ ਕੰਮ ਸਾਰਾ, ਇਹਦੇ ਗੁਣ ਪ੍ਰਗਟ ਕਰ ਹੁੰਦੇ ਨੇ। ਹੁਕਮ ਦੇ ਥਰੂ ਇਹਦੇ ਗੁਣ ਪ੍ਰਗਟ ਹੁੰਦੇ ਨੇ। ਅਕਾਲ ਨਿਰਗੁਣ ਹੁੰਦਾ, ਅਕਾਲ ਨਿਰਗੁਣ। ਹੁਕਮ ਦੇ ਜਰੀਏ, ਤੁਰਕੀ ਬਾਣੀ ਦੇ ਜਰੀਏ ਇਹਦੇ ਸਾਰੀਆਂ ਪਾਵਰਾਂ ਪ੍ਰਗਟ ਹੁੰਦੀਆਂ ਸੰਸਾਰ ਦੇ ਸਾਹਮਣੇ। ਇਹ ਆਪਣੇ ਆਪ ਨੂੰ ਪ੍ਰਗਟ ਕਿਵੇਂ ਕਰਦਾ? ਹੁਕਮ ਦੇ ਥਰੂ ਕਰਦਾ ਪ੍ਰਗਟ। ਆਪਣੇ ਭਾਣੇ ਦੇ ਥਰੂ ਕਰਦਾ, ਇੱਛਾ ਦੇ ਥਰੂ ਕਰਦਾ ਪ੍ਰਗਟ। ਆਦਮੀ ਦੀ ਇੱਛਾ ਦੇ ਆਦਮੀ ਦਾ ਪਤਾ ਲੱਗਦਾ ਨਾ, ਇਹਦੀ ਇੱਛਾ ਕਿਹੋ ਜਿਹੀ ਹੈ। ਕਿਸੇ ਦੀ ਇੱਛਾ ਬੁਰੀ ਹੈ, ਕਿਸੇ ਦੀ ਇੱਛਾ ਚੰਗੀ ਹੈ, ਕਿਸੇ ਦੀ ਇੱਛਾ ਦੂਸਰੇ ਦਾ ਹੱਕ ਖਾਣ ਦੀ ਹੈ, ਕਿਸੇ ਦੀ ਇੱਛਾ ਦੂਸਰੇ ਦਾ ਹੱਕ ਖਾਣ ਦੀ ਹੈ ਨਹੀਂ। ਜਿਹਦੀ ਦੂਸਰੇ ਦਾ ਹੱਕ ਖਾਣ ਦੀ ਇੱਛਾ ਉਹ ਗੁਣ, ਜਿਹਦੀ ਹੈ ਨਹੀਂ ਉਹ ਗੁਣ। ਇਹਦੇ ਸਾਰੇ ਗੁਣੇ ਗੁਣੇ ਚੌਗੁਣ ਕੋਈ ਹੈ ਹੀ ਨਹੀਂ। ਆਦਮੀਆਂ ਚੌਗੁਣ ਹੈ, ਗੁਣ ਵੀ ਹੈ। ਸਾਡੇ 'ਚ ਗੁਣ ਵੀ ਨਹੀਂ, ਉਹ ਗੁਣ ਵੀ ਨਹੀਂ। ਕਿਸੇ ਚੌਗੁਣ ਜ਼ਿਆਦਾ ਨੇ, ਕਿਸੇ ਗੁਣ ਜ਼ਿਆਦਾ ਨੇ, ਤਾਂ ਗੱਲ ਅਲੱਗ ਹੈ ਨਾ। ਪਰ ਇਹ ਚੌਗੁਣ ਕੋਈ ਨਹੀਂ ਹੈ। ਕਿਤੇ ਕੋਈ ਸਰੀਰ ਹੈ ਨਹੀਂ, ਉਹ ਕੋਈ ਸਰੀਰ ਕਰਕੇ ਨੇ ਸਾਡੇ ਵੀ। ਇਹ ਕੋਈ ਲੋੜ ਹੈ ਨਹੀਂ।
ਸਾਡੀਆਂ ਲੋੜਾਂ ਮਾਇਆ ਦੀਆਂ ਹੋਈਆਂ ਉਹ ਗੁਣ ਪੈਦਾ ਕਰਦੀਆਂ ਨੇ। ਬੈਰ ਵਿਰੋਧ ਹੈ ਨਹੀਂ, ਜਦ ਕਿਸੇ ਚੀਜ਼ ਤਾਂ ਕੋਈ ਕਬਜ਼ਾ ਹੀ ਨਹੀਂ ਕਰਨਾ, ਬੈਰ ਵਿਰੋਧ ਕਾਹਦਾ ਹੁਣ? ਬੈਰ ਵਿਰੋਧ ਤਾਂ ਹੀ ਹੈ ਨਾ ਜੇ ਕੋਈ ਸਾਡੇ ਕੋਲ ਹੈ ਕੁਛ। ਇੱਕ ਕਾਰਨ ਇਹਦੇ ਵਿੱਚ ਹੀ ਉਹ ਜਿਹੜਾ ਤਰਪੰਗੀ ਛੰਦ ਆਊਗਾ 20 ਪਦੇ ਨੇ ਉਹਦੇ। ਉਹਨਾਂ ਨੇ ਕਹਾਣੀ ਬਣਾਈ ਹੋਈ ਹੈ ਵੀ ਇਹ ਜੀ ਵਿੱਚ ਕਿਉਂ ਆਇਆ, ਵਿਦਵਾਨਾਂ ਨੂੰ ਕੀ ਪਤਾ ਕਿਉਂ ਆਇਆ, ਆਉਣਾ ਹੀ ਸੀ ਵਿੱਚ, ਕਿਉਂਕਿ ਹੁਣ ਸੰਸਾਰ ਚਾਲੂ ਹੈ। ਜਿਹੜਾ ਬੋਲ ਰਿਹਾ, ਜਿਹੜਾ ਲਿਖਾ ਰਿਹਾ, ਲਿਖ ਰਿਹਾ ਦਸਮ ਪਾਤਸ਼ਾਹ, ਉਹ ਆਪ ਹੈ ਭਗਉਤੀ ਰੂਪ ਹੈ। ਉਹਦਾ ਤਰਪੰਗੀ ਛੰਦ ਹੈ ਨਾ, ਉਹ ਆਪ ਹੈ ਭਗਉਤੀ ਹੈ। ਭਗਉਤੀ ਕੌਣ ਹੁੰਦਾ? ਭਗਤ। ਉਹ ਭਗਤ ਨੂੰ ਇਹ ਭਗਉਤੀ ਕਹਿੰਦੇ ਨੇ। ਭਗਉਤੀ ਭਗਵੰਤ ਭਗਤ ਦਾ ਰੰਗ, ਤਿਸ ਭਗਉਤੀ ਕੀ ਮਤ ਉੱਤਮ ਹੋਏ। ਮਤ ਕਿਹਦੀ ਹੈ? ਨਾਨਕ ਦੀ ਜੇ ਮਤ ਹੈ। ਅਸੀਂ ਕਹਿੰਦੇ ਗੁਰੂਆਂ ਦੀ ਮਤ ਹੈ, ਗੁਰਮਤ ਹੈ। ਜਿੰਨੇ ਦੀ ਮਤ ਹੈ ਗੁਰੂ ਗ੍ਰੰਥ ਸਾਹਿਬ ਸਾਰੇ ਭਗਉਤੀ ਨੇ। ਜਿਨ੍ਹਾਂ ਨੇ ਮਨ ਜਿੱਤਿਆ ਭਗਉਤੀ ਨਾਲੇ ਜਿੱਤਿਆ, ਮਤ ਨਾਲੇ ਆਪਣੀ ਨੂੰ। ਗਿਆਨ ਖੜਕ ਲੈ ਮਨ ਸੇ ਰੁੱਝਾ, ਉਹੀ ਤਾਂ ਭਗਉਤੀ ਹੈ। ਯਾਨੀ ਇਹਦਾ ਹੋ ਗਿਆ ਅਕਾਲ। ਜਿਹੜਾ ਸੰਸਾਰ ਦੇ ਵਿੱਚ ਅਕਾਲ ਹੈ, ਜਿਹਨੇ ਜੰਮਣ ਮਰਨ ਤੋਂ ਪਰੇ ਚਲੇ, ਉਹ ਵੀ ਤਾਂ ਅਕਾਲ ਹੋ ਗਿਆ ਨਾ। ਸੰਸਾਰ ਜਿਹਨੇ ਅਕਾਲ ਜਿੱਤ ਲਿਆ ਉਹ ਵੀ ਅਕਾਲ ਹੋ ਗਿਆ। ਅਕਾਲ ਮੂਰਤ ਉਹ ਵੀ ਅਕਾਲ ਹੋ ਗਿਆ, ਇਹ ਜਿਹਾ ਹੀ ਹੋ ਗਿਆ। ਪਰ ਉਹ ਸੰਸਾਰ ਜਿਹਦੇ ਹੈਗਾ, ਇਹਦੇ ਪਰਥਾਏ ਕੰਮ ਕਰ ਰਿਹਾ, ਉਹ ਅਕਾਲ ਦੇ ਪਰਥਾਏ ਕਰ ਰਿਹਾ। ਜਿਹੜੀ ਇਹ ਸੋਈ ਭਗਉਤੀ ਨਾਮ ਕਹਾਈ ਹੈ ਨਾ, ਉਹ ਭਗਉਤੀ ਅਕਾਲ ਦੇ ਪਰਥਾਏ ਕੰਮ ਕਰ ਰਹੀ ਹੈ। ਜੋ ਕਰ ਰਹੀ ਹੈ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਭਗਉਤੀ ਸਾਰਿਆਂ ਦੀ ਸਾਂਝੀ ਹੁੰਦੀ ਹੈ, ਇਹ ਗੁਰਮਤਿ ਸਭ ਦੀ ਸਾਂਝੀ ਹੈ, ਸਾਰੇ ਜਹਾਨ ਦੀ ਸਾਂਝੀ ਹੈ। ਇਹ ਪਰਥਾਏ ਕੰਮ ਕਰਦੇ ਨੇ ਅਕਾਲ ਪੁਰਖ ਦੇ ਪਰਥਾਏ। ਉਹਦੀ ਆਵਾਜ਼ ਨੂੰ ਸਾਡੇ ਸੇ ਪਹੁੰਚਾ ਰਹੇ ਨੇ। ਅਕਾਲ ਦੀ ਮੂਰਤੀ ਹੈ, ਉਹ ਅਕਾਲ ਦੀ ਮੂਰਤ ਨੇ। ਪਰ ਮੂਰਤ ਆਤਮਾ ਕਰਕੇ ਨੇ, ਸਰੀਰ ਕਰਕੇ ਨਹੀਂ। ਹੁਣ ਬਸ ਇੱਥੋਂ ਫਰਕ ਹੈ। ਬੁੱਧ ਔਰ ਗਿਆਨ ਕਰਕੇ ਤਾਂ ਮੂਰਤ ਨੇ ਅਕਾਲ ਦੀ, ਸਰੀਰ ਕਰਕੇ ਨਹੀਂ। ਬਸ ਲੋਕਾਂ, ਅਸੀਂ ਦੁਨੀਆ ਦੇ ਲੋਕ ਸਰੀਰ ਕਰਕੇ ਜਾਂ ਮੰਨ ਲੈਂਦੇ, ਇੱਥੋਂ ਗੱਲ ਖਰਾਬ ਹੁੰਦੀ ਹੈ। ਖਾਲਸਾ ਮੇਰੋ ਕੀ ਹੈ? ਬੁੱਧ ਔਰ ਗਿਆਨ। ਖਾਲਸਾ ਮੇਰੋ ਬੁੱਧ ਔਰ ਗਿਆਨ। ਦੇਖੋ ਕਿਹੜੀ ਅੱਖ ਨਾਲ ਦੇਖੋਗੇ ਉਹਨੂੰ, ਬੁੱਧ ਔਰ ਗਿਆਨ ਨੂੰ ਦੇਖੋ ਕਿਹੜੀ ਅੱਖ ਨਾਲ ਦੇਖੋਗੇ। ਇਹ ਤੀਸਰੀ ਅੱਖ ਨਾਲ ਦਿਸਦਾ। ਬੁੱਧੀ ਦਾ ਦਰਸ਼ਨ ਬੁੱਧੀ ਨਾਲੇ ਹੋਊਗਾ, ਬੁੱਧ ਔਰ ਗਿਆਨ ਦਾ ਦਰਸ਼ਨ ਬੁੱਧੀ ਨਾਲ ਹੋਊਗਾ। ਕਦ ਹੋਊਗਾ? ਜਦ ਬੁੱਧੀ ਉਹਨੂੰ, ਬੁੱਧੀ ਨੂੰ ਸਮਝ ਲਊਗੀ। ਉਸੇ ਬੁੱਧੀ ਨੂੰ ਜਦ ਸਮਝ ਲਊ ਨਾ, ਬਸ ਫਿਰ ਦਰਸ਼ਨ ਹੋ ਜਾਊਗਾ। ਜਦ ਲੈਣੇ ਨੇ ਨਾਨਕ ਦੀ ਗੱਲ ਨੂੰ ਫੋਲੋ ਕਰ ਲਿਆ, ਸਮਝ ਲਿਆ, ਲੈਣਾ ਨਾਨਕ ਬਣ ਗਿਆ। ਜਦ ਲੈਣਾ ਨਾਨਕ ਬਣ ਗਿਆ, ਉਹਦੀ ਗੱਲ ਨੂੰ ਗੁਰੂ ਅਮਰਦਾਸ ਨੇ ਸਮਝ ਲਿਆ, ਉਹ ਵੀ ਨਾਨਕੇ ਬਣ ਗਿਆ। ਸਾਰੇ ਨਾਨਕੇ ਬਣਦੇ ਚਲੇ ਗਏ। ਇੱਕੋ ਹੀ ਬੁੱਧ ਹੋ ਗਈ ਨਾ ਸਾਰਿਆਂ ਦੀ। ਬੁੱਧ ਔਰ ਗਿਆਨ ਇੱਕ ਹੋ ਗਿਆ। ਇਹ ਸਾਰੇ ਕਬੀਰ ਨੇ ਉਹਨੂੰ ਖਾਲਸਾ ਕਹਿਤਾ। ਖਾਲਸਾ ਕੌਣ ਹੈ? ਪ੍ਰੇਮ ਭਗਤ ਜਿਨ ਜਾਨੀ। ਪ੍ਰੇਮ ਭਗਤੀ ਕਿਹਦੀ ਹੈ? ਇਹ ਇਹਦੀ ਹੋਈ ਆ, ਅਕਾਲ ਦੀ ਹੈ ਪ੍ਰੇਮ ਭਗਤੀ। ਇਹਨੇ ਸਾਨੂੰ ਦੱਸਿਆ ਵੀ ਤੁਸੀਂ ਸਾਰੇ ਹੀ ਮੇਰੀ ਔਲਾਦ ਹੋ, ਭਾਈ ਹੋ, ਤੁਸੀਂ ਲੜਦੇ ਕਾਹਦੇ ਪਿੱਛੇ ਹੋ? ਇਹ ਸਿੱਖਿਆ ਦਿੱਤੀ ਆ, ਪ੍ਰੇਮ ਕਰੋ ਇੱਕ ਦੂਏ ਨਾਲ, ਤਾਂ ਮੈਨੂੰ ਚੰਗੇ ਲੱਗੋਗੇ। ਅਕਾਲ ਪੁਰਖ ਕੀ ਰੱਛਾ ਹਮਨੇ, ਅਕਾਲ ਪੁਰਖ ਕੀ ਰੱਛਾ ਹਮਨੇ, ਸਰਬ ਲੋਹ ਦੀ ਰੱਛਾ ਹਮਨੇ। ਅਕਾਲ ਪੁਰਖ ਕੀ ਰੱਛਾ ਹਮਨੇ, ਸਾਨੂੰ ਸਾਰਿਆਂ ਨੂੰ ਅਕਾਲ ਪੁਰਖ ਦੀ, ਜਿਹੜਾ ਕਿ ਸਾਰਿਆਂ ਦਾ ਬਾਪ ਹੈ, ਉਹਦੀ ਰੱਛਾ। ਜਿਵੇਂ ਬਾਪ ਨੂੰ ਜਾਂ ਮਾਂ ਨੂੰ
ਬੱਚੇ ਦੀ ਚਿੰਤਾ ਹੁੰਦੀ ਹੈ ਛੋਟੇ ਦੀ, ਐਵੇਂ ਉਹਦੀ ਚਿੰਤਾ, ਸਾਡੀ ਚਿੰਤਾ ਉਹਨੂੰ ਐਸ ਕਰਕੇ ਉਹਦੀ ਰੱਖਿਆ ਸਾਨੂੰ। ਸਰਬਲੋਹ ਦੀ ਰੱਖਿਆ ਹਮਨੇ। ਸਰਬਲੋਹ ਕੀ ਹੈ? ਸਰਬਲੋਹ ਉਹਦੇ ਗੁਣ, ਸਰਬ ਬਹੁਵਚਨ ਆਇਆ ਹੋਇਆ, ਉਹ ਤਾਂ ਇੱਕ ਹੈ, ਫਿਰ ਸਰਬ ਆਇਆ ਹੋਇਆ ਗੁਣਾਂ ਕਰਕੇ। ਜਿਹੜੇ ਉਹਦੇ ਸਾਰੇ ਗੁਣ ਨੇ ਉਹ ਸਾਡੀ ਰੱਖਿਆ ਵਾਸਤੇ ਹੀ ਨਹੀਂ ਹੁੰਦੇ। ਜਿੰਨੇ ਉਹਦੇ ਚ ਗੁਣ ਨੇ, ਜਿੰਨੀ ਉਹਦੀ ਐਫਰਟ ਹੈ, ਚਾਹੇ ਸਾਨੂੰ ਕਿਸੇ ਵੇਲੇ ਲੱਗਦੀ ਹੋਵੇ ਵੀ ਇਹ ਐਫਰਟ ਸਾਡੇ ਖਿਲਾਫ ਹੈ, ਪਰ ਸਾਡੀ ਰੱਖਿਆ ਵਾਸਤੇ ਹੀ ਆ। ਤੇ ਸਮਝਣ ਦੀ ਗੱਲ, ਗੁਣਾਂ ਕਰਕੇ ਰੱਖਿਆ ਕਰਨੀ ਉਹਨੇ। ਸੁਣ ਸਮਾਜ ਦੇ ਵਿੱਚ ਰੱਖਿਆ ਕਰ ਨਹੀਂ ਸਕਦਾ। ਸਹਿਜ ਸਮਾਜ ਦੇ ਵਿੱਚ ਗੁਣ ਪ੍ਰਗਟ ਹੁੰਦੇ ਨੇ, ਗੁਣਾਂ ਕਰਕੇ ਰੱਖਿਆ ਹੈਗੀ। ਜਾਂ ਐ ਕਹਿ ਲਓ ਵੀ ਮਾਤਾ ਰੂਪ ਚ ਰੱਖਿਆ, ਤੇ ਗੁਣ ਪ੍ਰਗਟ ਹੁੰਦੇ ਨੇ। ਇੱਛਾ ਸ਼ਕਤੀ ਜਿਹੜੀ ਹੈ ਗੁਣ, ਇੱਛਾ ਸ਼ਕਤੀ ਮਾਤਾ ਰੂਪ ਦੇ ਵਿੱਚ ਹੈ। ਤੇਰੀ ਇੱਛਾ ਸ਼ਕਤੀ ਹੈ ਜਿਹੜੀ, ਤੇਰੇ ਗੁਣ ਨੇ, ਉਹਨਾਂ ਦੀ ਰਿਛ ਹੈ, ਉਹਨਾਂ ਕਰਕੇ ਸਾਡੀ ਰਿਛ ਹੈ। ਸਰਬ ਕਾਲ ਜੀ ਦੀ ਰੱਖਿਆ ਹਮਨੇ। ਸਰਬ ਕਾਲ ਜੀ ਦੀ ਰੱਖਿਆ ਹਮਨੇ, ਜਿਹੜਾ ਤਿੰਨੇ ਲੋਕਾਂ ਦੇ ਵਿੱਚ ਰਹਿੰਦਾ ਹੈ। ਤੇ ਸਰਬ ਕਾਲ ਆ ਗਿਆ ਨਾ, ਇੱਕ ਕਾਲ ਹੈ, ਇੱਕ ਸਰਬ ਕਾਲ ਆ ਗਿਆ। ਸਰਬ ਕਾਲ ਤਿੰਨਾਂ ਲੋਕਾਂ ਦੇ ਵਿੱਚ ਹੈ। ਤਿੰਨਾਂ ਲੋਕਾਂ ਦੇ ਵਿੱਚ ਹੀ ਸਾਡੀ ਰੱਖਿਆ ਕਰਦਾ। ਇਹ ਨਹੀਂ ਵੀ ਹੁਣੇ ਕਰਦਾ, ਵੀ ਆ ਜਦ ਹੁਣ ਹੈਗੇ ਮਰਨ ਤੋਂ ਬਾਅਦ ਵੀ ਰੱਖਿਆ ਉਹੀ ਕਰਦਾ। ਗਰਭ ਚ ਵੀ ਉਸਨੇ ਕੀਤੀ ਹੈ, ਹੁਣ ਵੀ ਉਹੀ ਕਰ ਰਿਹਾ। ਤਿੰਨਾਂ ਕਾਲਾਂ ਦੇ ਵਿੱਚ ਰੱਖਿਆ ਕਰਦਾ ਹੈ ਉਹ। ਡਿਊਟੀਆਂ ਨਹੀਂ ਬਦਲਦੀਆਂ। ਫਿਰ ਕਿਸੇ ਦੀ ਹੋਰ ਦੀ ਡਿਊਟੀ ਹੈ, ਜਿਵੇਂ ਇਹਨਾਂ ਦਾ ਵੀ ਉਹ ਜਦ ਚਲਿਆ ਜਾਂਦਾ ਨਰਕਾਂ 'ਚ, ਫਿਰ ਕਿਸੇ ਦੀ ਡਿਊਟੀ ਹੋਰ ਬਦਲ ਜਾਂਦੀ ਹੈ, ਫਿਰ ਉੱਥੇ ਉਹ ਦੁੱਖ ਦੇਣੇ ਵਾਲੇ ਆ ਜਾਂਦੇ। ਇਹੋ ਜਿਹੀ ਕੋਈ ਗੱਲ ਨਹੀਂ, ਇਹੋ ਜਿਹਾ ਕੋਈ ਨਰਕ ਨਹੀਂ ਹੈਗਾ ਜਿਹੜਾ ਦਿਖਾਇਆ ਹੋਇਆ ਇਹਨਾਂ ਨੇ। ਉਹ ਰੱਖਿਆ ਹੀ ਕਰਦਾ। ਗਲਤੀਆਂ ਅਸੀਂ ਕਰਦੇ ਹਾਂ, ਆਪਣੀਆਂ ਗਲਤੀਆਂ ਨਾਲ ਦੁੱਖ ਪਾਉਂਦੇ ਹਾਂ, ਹੋਰ ਕੁਛ ਨਹੀਂ। ਦੁੱਖ ਅਸੀਂ ਆਪਣੇ ਵਾਸਤੇ ਆਪ ਕ੍ਰੀਏਟ ਕਰਦੇ ਹਾਂ। ਅਸਲ 'ਚ ਸੁੱਖ ਪੈਦਾ ਕਰਦੇ ਹਾਂ ਅਸੀਂ, ਉਹਦੇ ਨਾਲ ਦੁੱਖ ਪੈਦਾ ਹੋ ਜਾਂਦਾ। ਆਪਣੀ ਜਾਣੇ ਦਾ ਸੁੱਖ ਪੈਦਾ ਕਰਦੇ ਹਾਂ, ਹੋ ਜਾਂਦੇ ਨੇ ਦੁੱਖ। ਸਾਡੀ ਬੇਸਮਝੀ ਨਾਲ ਹੋ ਜਾਂਦਾ। ਦੁੱਖ ਪੈਦਾ ਕਰਦੀ ਹੈ ਸਾਡੀ ਆਪਣੀ ਬੁੱਧ, ਸੁੱਖ ਦਿੰਦਾ ਸਾਨੂੰ ਉਹ। ਭਾਣੇ ਤੋਂ ਬਾਹਰ ਜਾ ਕੇ ਦੁੱਖ ਹੈ, ਉਹਦੇ ਭਾਣੇ 'ਚ ਰਹਿਣ ਦਾ ਸੁੱਖ ਹੈ। ਜਦੋਂ ਅਸੀਂ ਸਾਨੂੰ ਆਪਣੀਆਂ ਗੱਲਾਂ ਚੱਲਦੇ ਹਾਂ, ਆਪਣੇ ਭਾਣੇ ਚੱਲਦੇ ਹਾਂ, ਫਿਰ ਦੁੱਖ ਹੁੰਦਾ। ਉਹਦੇ ਭਾਣੇ 'ਚ ਰਹੀਏ ਕੋਈ ਦੁੱਖ ਨਹੀਂ। ਇਹਦਾ ਮਤਲਬ ਦੁੱਖ ਸਾਰੇ ਸਾਡੀ ਆਪਣੀ ਸੋਚ ਸਾਨੂੰ ਮਿਲਦੇ ਨੇ। ਆਪਣੀ ਕਮ ਅਕਲੀ ਤੋਂ, ਬੇਅਕਲੀ ਤੋਂ ਦੁੱਖ ਪੈਦਾ ਹੁੰਦੇ, ਦੁੱਖ ਮਿਲਦੇ। ਸਰਬਲੋਹ ਜੀ ਦੀ ਸਦਾ ਰੱਖਿਆ ਹਮਨੇ। ਸਰਬਲੋਹ ਜੀ ਦੀ ਸਦਾ ਰੱਖਿਆ ਹਮਨੇ। ਉਹੀ ਸਰਬਲੋਹ ਫੇਰ ਆ ਗਿਆ, ਸਰਬ ਫੇਰ ਆ ਗਿਆ। ਸਦਾ ਰੱਖਿਆ ਕਾਲਾਂ ਦੇ ਵਿੱਚ ਹੀ ਸਦਾ ਉਹ ਰੱਖਿਆ। ਉਹਦੇ ਗੁਣ ਨੇ ਜਿਹੜੇ ਤਿੰਨਾਂ ਕਾਲਾਂ 'ਚ ਸਾਡੀ ਰੱਖਿਆ ਕਰਦੇ ਨੇ। ਤਿੰਨਾਂ ਕਾਲਾਂ ਦੇ ਉੱਤੇ ਵੀ ਉਹੀ ਹੈ। ਉੱਤੇ ਇੱਕ ਕਾਲ ਦੀ ਗੱਲ ਹੈ, ਥੱਲੇ ਤਿੰਨਾਂ ਸਰਬ ਦੀ ਗੱਲ ਆ ਗਈ। ਉੱਤੇ ਲੋਹ ਆਇਆ, ਸਰਬ ਲੋਹ ਆਇਆ, ਤੇ ਸਰਬ ਉੱਥੇ ਸਰਬ ਲੋਹ ਜੀ ਦੀ ਸਦਾ ਰੱਖਿਆ ਹਮਨੇ। ਸਦਾ ਨਹੀਂ ਉੱਤੇ ਆਇਆ, ਤੇ ਸਦਾ ਆ ਗਿਆ ਲਫ਼ਜ਼। ਜਦ ਸਦਾ ਆ ਗਿਆ ਨਾ, ਤਿੰਨ ਕਾਲ ਹੋ ਗਏ। ਸਰਬ ਲੋਹ ਦਾ ਸਾਰੇ ਗੁਣ ਸਦਾ ਹੀ ਰੱਖਿਆ ਕਰਦੇ ਨੇ ਉਹਦੀ। ਅੱਗੇ ਲਿਖਾਰੀ ਕੇ ਦਸਤਖਤ, ਦਸਮ ਪਾਤਸ਼ਾਹ ਨੇ ਆਪਣੇ ਫਿਰ ਸਾਈਨ ਕੀਤੇ ਥੱਲੇ, ਆਪਣੇ ਹੱਥ ਨਾਲ ਚਾਰੇ ਪੰਕਤੀਆਂ ਲਿਖ ਕੇ ਥੱਲੇ ਸਾਈਨ ਕੀਤੇ। ਤੋ ਪ੍ਰਸਾਦ ਚੌਪਈ ਪ੍ਰਣਵੋ ਆਦ ਏਕੰਕਾਰਾ। ਇਹ ਚਾਰ ਪੰਕਤੀਆਂ ਨੇ ਸਿਰਫ, ਜਿੰਨਾ ਕੁਝ ਵੀ ਦਸਮ ਪਾਤਸ਼ਾਹ ਨੇ ਲਿਖਿਆ, ਇਹ ਚਾਰ ਪੰਕਤੀਆਂ ਸਿਰਫ ਉਹਨਾਂ ਨੇ ਆਪਣੇ ਹੱਥ ਨਾਲ ਲਿਖੀਆਂ। ਕਿਉਂ ਲਿਖੀਆਂ ਨੇ? ਕਿਸੇ ਨੂੰ ਪੁੱਛਿਆ ਤਾਂ ਹੈ ਨਹੀਂ, ਨਾ ਕੋਈ ਇਹਦਾ
ਕਿਤੇ ਜਵਾਬ ਮਿਲਦਾ। ਪਰ ਅਨੁਮਾਨ ਕਈ ਸਿੰਘ ਪੁਰਾਣਿਆਂ ਦਾ ਸੀਗਾ ਇਹ ਜਿਹਾ, ਬਈ ਭਾਈ ਮਨੀ ਸਿੰਘ ਨੂੰ ਉਹ ਗੱਲ ਕਿਹਾ ਸੀ, ਤੂੰ ਲਿਖੀ ਜਿਹੜੀ ਤੂੰ ਸਮਝ ਲਵੇਂ, ਜਿਹੜੀ ਤੈਨੂੰ ਸਮਝ ਨਾ ਆਵੇ ਲਿਖੀ ਨਾ। ਜੇ ਲਿਖਣ ਵਾਲੇ ਨੂੰ ਸਮਝ ਨਹੀਂ ਆਈ, ਭਾਈ ਮਨੀ ਸਿੰਘ ਨੇ ਕਿਹਾ ਵੀ ਮੇਰੀ ਸਮਝ ਨਹੀਂ ਆਈ ਇਹ ਪੰਕਤੀ। ਜਦੋਂ ਉਹਨਾਂ ਨੇ ਗੱਲ ਪੰਕਤੀਆਂ ਬੋਲੀਆਂ ਨੇ ਚਾਰੇ, ਉਹ ਕਹਿੰਦਾ ਮੇਰੀ ਸਮਝ ਨਹੀਂ ਆਈ ਉਹ, ਤਾਂ ਉਹਨਾਂ ਨੇ ਆਪ ਲਿਖ ਦਿੱਤੀਆਂ। ਪਿੱਛੋਂ ਸਮਝਾ ਵੀ ਦਿੱਤਾ, ਉਹਨੂੰ ਸਮਝਾ ਤਾਂ ਦਿੱਤਾ ਪਿੱਛੋਂ, ਪਰ ਉਹਨਾਂ ਨੇ ਆਪ ਲਿਖ ਕੇ ਫਿਰ ਇਹ ਪੰਕਤੀਆਂ ਚਾਰੇ। ਇਹ ਅਜੀਬ ਕਿਸਮ ਦੀਆਂ ਪੰਕਤੀਆਂ ਨੇ ਚਾਰੇ, ਇਹਨਾਂ ਦੀ ਹੋਰ ਕਿਤੇ ਵਿਆਖਿਆ ਨਹੀਂ ਆਉਂਦੀ, ਇਹਨਾਂ ਦੀ ਵਿਆਖਿਆ ਵੀ ਨਹੀਂ ਕਿਤੇ ਆਉਂਦੀ ਹੋਰ। ਚਾਰੇ ਪੰਕਤੀਆਂ ਨੇ ਜਿਹੜੀਆਂ ਆਪ ਲਿਖ ਕੇ ਸਾਈਨ ਵੀ ਥੱਲੇ ਕਰਤੇ। ਇਹ ਸਿੰਘਾਂ ਦੇ ਵਿੱਚ ਚਲਦੀ ਹੈ ਪੁਰਾਣੇ, ਇਹ ਗੱਲ ਸੀਗੀ ਤਾਂ ਉਹਨਾਂ ਨੇ ਲਿਖੀਆਂ। ਨਹੀਂ ਸਵਾਲ ਪੈਦਾ ਹੁੰਦਾ ਇਹੀ ਚਾਰ ਕਿਉਂ ਲਿਖੀਆਂ, ਥੱਲੇ ਸਾਈਨ ਕਿਉਂ ਕੀਤੇ? ਹੋਰ ਕੋਈ ਕਾਰਨ ਨਹੀਂ, ਇਹਦਾ ਬਹੁਤਾ ਵੱਡਾ ਕਾਰਨ ਕੋਈ ਨਹੀਂ। ਤੋ ਪ੍ਰਸਾਦ ਚੌਪਈ ਪ੍ਰਣਵੋ ਆਦ ਏਕ ਓੰਕਾਰਾ। ਪ੍ਰਣਵੋ ਆਦ ਏਕ ਓੰਕਾਰਾ, ਮੈਂ ਪ੍ਰਣਾਮ ਕਰਦਾ ਹਾਂ ਉਸ ਆਦ ਨੂੰ ਜਿਹੜਾ ਏਕ ਓੰਕਾਰ, ਜਿਹਦਾ ਆਕਾਰ ਤਾਂ ਹੈ, ਆਕਾਰ ਤਾਂ ਹੈ ਕੋ ਸਭ ਦਾ। ਏਕ ਓੰਕਾਰਾ ਕੀ ਹੈ? ਏਕ ਓੰਕਾਰਾ ਸ਼ਬਦ ਗੁਰੂ ਹੈ। ਨਿਰੰਕਾਰ ਏਕ ਓੰਕਾਰ ਬਣਦਾ। ਫਿਰ ਜਦ ਨਿਰੰਕਾਰ ਆਕਾਰ ਧਰਦਾ ਨਾ, ਪਹਿਲਾਂ ਨਿਰੰਕਾਰ ਬਣਦਾ ਹੈ ਜਾਂ ਇੱਕ ਬਣਦਾ, ਫਿਰ ਆਕਾਰ ਧਰਦਾ, ਸ਼ਬਦ ਰੂਪ ਹੁੰਦਾ, ਫਿਰ ਏਕ ਓੰਕਾਰ ਬਣਦਾ। ਸੱਚਖੰਡ ਚੋਂ ਜਿਹੜੀ ਆਵਾਜ਼ ਆਉਂਦੀ ਹੈ ਸਾਰਿਆਂ ਦੀ ਇਕੱਠੀ, ਉਹ ਏਕ ਓੰਕਾਰ ਆਵਾਜ਼ ਹੈ। ਆਵਾਜ਼ ਇੱਕ ਹੈ ਪਰ ਉਹ ਸਾਰਿਆਂ ਦਾ ਆਕਾਰ ਹੈ। ਆਵਾਜ਼ ਸਾਰਿਆਂ ਦੇ ਵਿੱਚ ਆਈ ਹੋਈ ਹੈ। ਆਵਾਜ਼ ਤਾਂ ਇੱਕ ਹੈ ਪਰ ਬੰਦੇ ਇੱਕ ਦੀ ਆਵਾਜ਼ ਨਹੀਂ ਹੈ। ਆਵਾਜ਼ 'ਚ ਫਰਕ ਨਹੀਂ, ਦੋ ਨਹੀਂ ਲੱਗਦੀਆਂ। ਐ ਨਹੀਂ ਲੱਗਦਾ ਵੀ ਦੋ ਬੰਦੇ ਬੋਲਦੇ ਨੇ। ਕਈ ਵਾਰ ਰਾਗੀ ਅੱਗੇ ਪਿੱਛੇ ਹੋ ਜਾਣ ਥੋੜਾ ਬਹੁਤਾ, ਐ ਲੱਗਣ ਲੱਗ ਜਾਂਦਾ ਵੀ ਆਦਮੀ ਦੋ ਤਿੰਨ ਚਾਰ ਬੋਲਦੇ ਨੇ। ਇੱਕੋ ਹੀ ਆਵਾਜ਼ ਆਉਂਦੀ ਹੈ, ਇੱਕੋ ਹੀ ਆਦਮੀ ਬੋਲਦਾ ਲੱਗਦਾ, ਪਰ ਬੋਲਦੇ ਸਾਰੇ ਹੀ। ਇੱਕ ਓੰਕਾਰ ਹੈ, ਆਕਾਰ ਰੂਪ ਹੈ, ਇੱਕ ਹੈ। ਆਕਾਰ ਇੱਕ ਹੈ ਪਰ ਬੰਦਾ ਇੱਕ ਨਹੀਂ ਹੈ। ਅਨੇਕ ਹੈ ਫਿਰ ਇੱਕ ਹੈ। ਅਨੇਕ ਹੈ, ਅਨੇਕ ਹੁੰਦਾ ਹੋਇਆ ਵੀ ਇੱਕ ਹੈ ਜਿਹੜਾ ਇੱਕ ਓੰਕਾਰ ਹੈ। ਉਹਨੂੰ ਪੜ੍ਹਨਾ। ਸੋਚ ਇੱਕ ਹੈ, ਸ਼ਬਦ ਇੱਕ ਹੈ, ਹੁਕਮ ਇੱਕ ਹੈ, ਪਰ ਸਾਰੇ ਹੈ। ਸੋਚ ਕਰਕੇ ਇੱਕ ਨਾ, ਵੱਖਰੇ ਵੱਖਰੇ ਨੇ ਸਾਰੇ। ਬੜਾ ਛੋਟਾ ਨਹੀਂ ਨਾ ਉੱਥੇ ਕੋਈ, ਬੜਾ ਛੋਟਾ ਨਹੀਂ ਕੋਈ, ਊਚ ਨੀਚ ਨਹੀਂ ਕੋਈ, ਘੱਟ ਵੱਧ ਅਕਲ ਨਹੀਂ ਹੈ ਕਿਸੇ ਦੀ, ਘੱਟ ਵੱਖਰੀ ਸੋਚ ਨਹੀਂ ਹੈ ਕਿਸੇ ਦੀ। ਰੰਗ ਰੂਪ ਇੱਕ ਹੈ। ਇਸ ਕਰਕੇ ਗੁਰੂ ਚੇਲਾ ਇਹਦੇ ਵਿੱਚ ਨਹੀਂ ਹੋ ਸਕਦੇ। ਜਿਨ੍ਹਾਂ ਦੇ ਵਿੱਚ ਗੁਰੂ ਚੇਲੇ ਨੇ ਧਰਮਾਂ ਚੋਂ ਸੱਚਖੰਡ ਤੱਕ ਜਾ ਨਹੀਂ ਸਕਦੇ, ਪਹੁੰਚ ਨਹੀਂ ਸਕਦੇ, ਕਿ ਉਹਨਾਂ 'ਚ ਭੇਦਭਾਵ ਹੈ। ਬੜਾ ਛੋਟਾ, ਬੜਾ ਛੋਟਾ ਮਿਟਾ ਕੇ ਇੱਥੋਂ ਤਾਂ ਸੱਚਖੰਡ 'ਚ ਪ੍ਰਵੇਸ਼ ਮਿਲਦਾ। ਜਿਹੜਾ ਇੱਥੇ ਗੁਰੂ ਆ ਉਹ ਸੱਚਖੰਡ ਕਿਵੇਂ ਚਲੇ ਜਾਊਗਾ? ਉਹਨੂੰ ਕੌਣ ਬਣਨ ਦੂ ਉੱਥੇ? ਉਹਦੇ ਦਿਮਾਗ 'ਚ ਬੜੱਪਣ ਆਈ ਹੋਈ ਆ। ਆਪਣ ਕੋ ਜੋ ਜਾਣੇ ਉੱਚਾ ਸੋਈ ਗਣੀਏ ਸਭ ਤੇ ਨੀਚਾ। ਉਹ ਨਹੀਂ ਬਣਨ ਦਿੰਦੇ ਉੱਥੇ। ਸਿੱਖਾਂ ਨੂੰ ਇਸ ਗੱਲ ਦੀ ਸਮਝ ਨਹੀਂ ਸੀ। ਉਹ ਇਹ ਗੱਲ ਦੀ ਤਾਂ ਨਿੰਦਿਆ ਕੀਤੀ, ਬਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੀਂ। ਇਹ ਗੁਰੂ ਦਾ ਹਟਾਇਆ ਸੀ। ਉਹ ਜਿਹੜਾ ਹਟਾਇਆ ਸੀ ਉਹੀ ਸਾਨੂੰ ਫਿਰ ਪੜ੍ਹਾਤਾ। ਆਪਣੇ ਵਰਗੇ ਹੀ ਬਣਾ ਲਏ ਵੀ ਸਾਡੇ ਵਰਗੇ ਤੁਸੀਂ ਬਣਾ ਜਾ ਸਕੋ ਬਾਹਰ। ਹੁਣ ਕਹਿ ਨਹੀਂ ਸਕਦੇ ਉਹਨਾਂ ਨੂੰ ਵੀ ਤੁਸੀਂ ਗੁਰੂ ਨਹੀਂ। ਕਿਵੇਂ ਕਹੀਏ? ਕਿਹੜੇ ਮੂੰਹ ਨਾਲ ਕਹੀਏ? ਇਸੇ ਗੱਲ ਦਾ ਰੌਲਾ। 10 ਗੁਰੂ ਜੇ ਦੇਹਧਾਰੀ ਹੋ ਸਕਦੇ ਨੇ ਤਾਂ ਹੁਣ ਕਿਉਂ ਨਹੀਂ ਹੋ ਸਕਦੇ? ਗੱਲ ਵੀ ਠੀਕ ਹੈ। ਉਹਨਾਂ ਨੇ ਤਾਂ ਜਵਾਬ ਦਿੱਤਾ ਸੀ
ਵੀ ਸ਼ਬਦ ਗੁਰੂ ਹੁੰਦਾ, ਸੁਰਤ ਤੋਂ ਚੇਲਾ। ਸ਼ਬਦ ਗੁਰੂ ਆਪਣੀ ਜਗ੍ਹਾ ਹੈਗਾ, ਹੁਣ ਵੀ ਦੇਹਧਾਰੀ ਵੀ ਗੁਰੂ ਹੈਗੇ ਨੇ। ਇਸ ਤਰੀਕੇ ਨਾਲ ਫਸ ਗਏ, ਬੇਸਮਝੀ ਨਾਲ ਫਸ ਗਏ, ਬੇਸਮਝੀ। ਵੈਸੇ ਪਛਤਾਉਂਦੇ ਨੇ ਹੁਣ ਗੱਲ ਕੀ, ਕਹਿੰਦੇ ਨੇ ਤਾਂ ਔਖਾ, ਨਹੀਂ ਕਹਿੰਦੇ ਤਾਂ ਔਖਾ, ਮੰਨੀਏ ਤਾਂ ਔਖਾ, ਨਾ ਮੰਨੀਏ ਤਾਂ ਔਖਾ। ਗਲਤੀਆਂ ਪਿਛੇ ਹੋਈਆਂ ਨੇ, ਜਾਣ ਬੁੱਝ ਕੇ ਕਰਾਈਆਂ ਹੋਈਆਂ ਨੇ, ਉਦੋਂ ਵੇਸਲੇ ਰਹੇ, ਧਿਆਨ ਨਹੀਂ ਦਿੱਤਾ। ਜਦੋਂ ਕਿਸੇ ਚੀਜ਼ ਧਿਆਨ ਨਾਲ ਦੀ ਇੱਕ ਵਿਗੜ ਜਾਂਦਾ ਹੁੰਦਾ। ਕੋਈ ਕੰਮ ਕਰੋ ਧਿਆਨ ਨਾਲ, ਤੁਸੀਂ ਗੱਡੀ ਨਾਲ ਚਲਾਓ, ਐਕਸੀਡੈਂਟ ਹੋ ਜਾਊਗਾ। ਧਿਆਨ ਦੇ ਬਿਨਾਂ ਕੋਈ ਕੰਮ ਵੀ ਵਿਗੜ ਜਾਂਦਾ। ਫਿਰ ਇਹ ਤਾਂ ਇੱਕ ਐਸਾ ਧਰਮ ਹੈ, ਧਰਮ ਦੇ ਕੰਮ ਚ ਤਾਂ ਨਿਰਾ ਧਿਆਨ ਦੀ ਲੋੜ ਹੈ। ਧਿਆਨ ਤੇ ਬਿਨਾਂ ਧਰਮ ਕਾਹਦਾ? ਜਿੱਥੇ ਧਿਆਨ ਹੈ ਉੱਥੇ ਧਰਮ ਹੈ, ਜੇ ਧਿਆਨ ਨਹੀਂ ਤਾਂ ਧਰਮ ਹੈ ਨਹੀਂ। ਸਾਡਾ ਧਰਮ ਚ ਨਹੀਂ ਧਿਆਨ, ਮਾਇਆ ਧਿਆਨ। ਧਿਆਨ ਤਾਂ ਰਾਜ ਦੇ ਵਿੱਚ, ਧਰਮ ਕਿੱਥੋਂ ਰਹਿਣਾ ਸੀ? ਧਿਆਨ ਤਾਂ ਰਾਜ ਵਿੱਚ ਰਿਹਾ, ਟਾਰਗੇਟ ਦਾ ਰਾਜ ਸੀ। ਧਰਮ ਗਿਆ, ਰਾਜ ਵੀ ਗਿਆ, ਦੁਬਦਾ ਵਿੱਚ ਦੋਨੋਂ ਗਏ। ਮਾਇਆ ਮਿਲੀ ਨਾ ਰਾਮ। ਉਹ ਥੋੜਾ ਚਿਰ ਵਾਸਤੇ ਰਾਜ ਮਿਲ ਗਿਆ ਰਣਜੀਤ ਸਿੰਘ ਨੂੰ, ਧਿਆਨ ਸਾਰਾ ਹੀ ਰਾਜ ਦੇ ਲੜਾਈ ਝਗੜੇ 'ਚ ਰਹਿ ਗਿਆ, ਧਰਮ ਗਾਇਬ ਹੋ ਗਿਆ। ਉਹਨਾਂ ਨੇ ਧਰਮ ਸਾਂਭ ਲਿਆ, ਸਾਡਾ ਗੁਰਦੁਆਰੇ ਸਾਹਮਣੇ। ਧਰਮ ਦਾ ਹੈਂਡਲ ਹੋਰ ਪਾਸੇ ਨੂੰ ਮੋੜਤਾ, ਉਹਨਾਂ ਨੂੰ ਲੜਾਈ ਰੱਖਿਆ ਦੂਏ ਪਾਸੇ। ਉਹਨਾਂ ਨੇ ਵੀ ਕਿਹਾ ਠੀਕ ਆ ਵੀ ਬਾਅਦ ਚ ਕਰ ਲਾਂਗੇ, ਇਹਨਾਂ ਦੀ ਹਿੰਦੂਆਂ ਦੀ ਲੈ ਕੇ ਮਦਦ, ਆਪਾਂ ਰਾਜ ਕਰ ਲਈਏ ਪਹਿਲੋਂ। ਧਰਮ ਛੱਡਤਾ, ਰੋਟੀ ਖਾਣ ਲੱਗ ਗਏ, ਖੂਨ ਸਾਰਾ ਹੀ ਕੱਢਤਾ। ਉਹ ਰੋਟੀ ਤੈਨੂੰ ਜਿਉਂਦਾ ਨਹੀਂ ਰੱਖ ਸਕਦੀ, ਜਿਹੜਾ ਪਹਿਲਾ ਖੂਨ ਉਹ ਸਾਰਾ ਹੀ ਕੱਢਤਾ ਤਾ, ਉਹ ਤਾਂ ਨਿਕਲ ਗਿਆ। ਦੁੱਧ ਵੀ ਪੀ ਜਾ, ਘਿਓ ਵੀ ਉਹ ਜਾ ਹਜਮ ਹੋ ਜਾ, ਦੇ ਜਾਊ ਸਰੀਰ ਚ। ਪਹਿਲਾਂ ਸਾਰਾ ਹੀ ਧਰਮ ਸੀ ਨਾਸ ਕਰਤਾ, ਸਾਰੇ ਖਤਮ ਹੋ ਗਏ। ਉਸ ਵੇਲੇ ਉਹਨਾਂ ਨੇ ਸਾਰਾ ਕੁਝ ਆਪਣਾ ਬਾੜਤਾ, ਪ੍ਰਚਲਿਤ ਕਰਤਾ, ਸਾਖੀਆਂ ਬਾੜਤੀਆਂ। ਉਹਨੇ ਜਦ ਹੁਣ ਖੋਜ ਚੱਲੀ, ਆਪ ਖੋਜ ਕਰਨ ਲੱਗੇ ਸਾਡੇ ਬੰਦੇ ਸਿੱਖ, ਆਪਣੇ ਇੰਡੀਪੈਂਡੈਂਟ ਹੋ ਕੇ। ਜਦ ਦੇਖਦੇ ਨੇ ਇੱਥੇ ਤਾਂ ਹੋਰੇ ਕੁਛ ਲਿਖਿਆ ਹੈ। ਹੁਣ ਰੌਲਾ ਪਿਆ ਹੋਇਆ, ਰੌਲਾ ਤਾਂ ਪਿਆ ਹੋਇਆ ਪਿੱਛੇ ਧਿਆਨ ਨਹੀਂ ਦਿੱਤਾ ਕੀ ਹੈ। ਜਾਂ ਤਾਂ ਵੈਗਰੂ ਵੈਗਰੂ ਸੀ ਪਿੱਛੇ, ਜਾਂ ਮਾੜੇ ਮੋਟੇ ਸ਼ਬਦ ਪੜ੍ਹ ਲੈਂਦੇ ਸੀ, ਜਾਂ ਫਿਰ ਪਾਠ ਕਰ ਲੈਣਾ, ਸਮਝ ਕੋਈ ਨਾ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਹਾਂਜੀ। ਜਲ ਥਲ ਮਹੀਲ ਕੀਓ ਪਸਾਰਾ, ਪ੍ਰਣਵੋ ਆਦੇ ਕੰਕਾਰਾ, ਜਲ ਥਲ ਮਹੀਲ ਕੀਓ ਪਸਾਰਾ। ਜਿਹਨੇ ਜਲ ਵਿੱਚ, ਥਲ ਵਿੱਚ ਤੇ ਧਰਤੀ, ਧਰਤੀ ਜਿੱਥੇ ਹਰੀ ਭਰਾ ਰਹਿੰਦਾ ਨਾ ਹਰ ਵਕਤ, ਉਹ ਸਭ ਉਹਨੂੰ ਧਰਤੀ ਕਹਿ ਦਿੰਦੇ ਨੇ। ਜਿੱਥੇ ਬੀਜ ਦੇ ਬਹੁਨੇ ਆਮ ਦਰਖਤ ਹੁੰਦੇ ਨੇ, ਜੰਗਲ ਹੁੰਦਾ, ਬਾਰਿਸ਼ ਪੈਂਦੀ ਰਹਿੰਦੀ ਹੈ, ਗਿੱਲਾ ਰਹਿੰਦਾ। ਜਿੱਥੇ ਗਿੱਲਾ ਨਹੀਂ ਦੂਰ ਤੱਕ ਰਹਿੰਦਾ ਨਾ ਸਾਰਾ ਸਾਲ, ਪੱਥਰ ਹੋਣ ਜਾਂ ਰੇਤਾ ਮਾਰੂ, ਥਲ ਮੀਂਹ ਨਾ ਪਵੇ, ਉਹਨੂੰ ਥਲ ਕਹਿ ਦਿੰਦੇ ਨੇ। ਥਲ ਦੇ ਵਿੱਚ ਵੀ ਜੇ ਬਾਰਿਸ਼ ਹੋ ਜਾਵੇ ਤਾਂ ਉੱਗੇ ਆਉਂਦਾ ਕੁਛ ਨਾ ਕੁਛ। ਜਿਹਨੇ ਦਾ ਜਲ ਥਲ ਔਰ ਮਹੀਲ ਧਰਤੀ ਵਿੱਚ ਪਸਾਰਾ ਕੀਤਾ, ਜਿਹਨੇ ਸਾਰਾ ਬਣਾਇਆ, ਉਹਨੂੰ ਮੇਰੀ ਪ੍ਰਣਾਮ। ਪ੍ਰਣਵੋ ਆਦੇ ਕੰਕਾਰਾ, ਜਲ ਥਲ ਮਹੀਲ ਕੀਓ। ਜਿਹਨੇ ਸਾਰਾ ਪਸਾਰਾ ਕੀਤਾ, ਬਣਾਇਆ, ਜਲ ਥਲ ਮਹੀਲ ਬਣਾਇਆ, ਉਹਨੂੰ ਮੇਰੀ ਨਮਸਕਾਰ ਹੈ। ਆਦਿ ਪੁਰਖ ਅਭਿਗਤ ਅਵਿਨਾਸ਼ੀ, ਉਹ ਆਦਿ ਪੁਰਖ ਹੈ। ਆਦਿ ਪੁਰਖ ਕੀ ਹੈ? ਸਾਰਿਆਂ ਤੋਂ ਪਹਿਲਾ ਪੁਰਖ ਹੈ। ਪੁਰਖ ਕਹਿੰਦੇ ਕਿਹਨੂੰ? ਦੇਖੋ, ਪੁਰਖ ਸ਼ਬਦ ਨੂੰ ਕਿਹਾ ਹੋਇਆ ਜੋ ਪੈਦਾ ਹੋਇਆ, ਜੋ ਚੀਜ਼ ਪੈਦਾ ਹੋਈ ਹੈ, ਜੋ ਉਪਜਿਓ ਸੋ ਬਿਨਸ ਹੈ, ਉਹ ਆਜ ਕੇ ਜੋ ਚੀਜ਼ ਪੈਦਾ ਹੋਈ ਹੈ ਉਹਨੇ ਹਮੇਸ਼ਾ ਨਹੀਂ ਰਹਿਣਾ। ਮੈਂ ਕਹਿ ਲਿਆ, ਸ਼ਬਦ ਵੀ ਹਮੇਸ਼ਾ ਨਹੀਂ ਰਹਿੰਦਾ ਕਿ ਪੈਦਾ ਜੋ ਹੋਇਆ ਹੋਇਆ, ਬਸ ਇਹ ਗੁਪਤ ਹੋ ਜਾਂਦਾ, ਪ੍ਰਗਟ ਹੋ ਜਾਂਦਾ। ਸ਼ਬਦ ਹਮੇਸ਼ਾ ਨਹੀਂ ਰਹਿੰਦਾ। ਜਿਹੜਾ ਜੀਵ ਹੈ ਵੀ ਪੁਰਖ ਹੈ। ਜੇ ਪੁਰਖ ਹੈ ਤਾਂ ਜਿਹੜੀ ਆਵਾਜ਼ ਕਰਕੇ ਹੀ ਪੁਰਖ ਹੈ। ਮਨ ਬੋਲਦਾ ਤਾਂ ਪੁਰਖ ਹੈ, ਚਿੱਤ ਬੋਲਦਾ ਤਾਂ ਪੁਰਖ ਹੈ। ਨਾ ਬੋਲੇ ਤਾਂ ਡੈਡ ਹੈ। ਜਦ ਸੌ ਜਾਂਦਾ ਉਦੋਂ ਬੋਲਦਾ ਨਹੀਂ, ਉਦੋਂ ਨੂੰ ਡੈਡ ਮੰਨਿਆ ਜਾਂਦਾ।
ਫਿਰ ਪੁਰਖ ਨਹੀਂ ਹੈ। ਪੁਰਖ ਕੌਣ ਹੁੰਦਾ? ਬੋਲਦਾ ਪੁਰਖ। ਜੋ ਬੋਲਦਾ ਉਹੀ ਪੁਰਖ ਹੈ, ਜੋ ਨਹੀਂ ਬੋਲਦਾ ਉਹ ਪੁਰਖ ਦਾ। ਪੁਰਖ ਦਾ ਲਫ਼ਜ਼ੀ ਅਰਥ ਕੀ ਹੈ? ਪੂਰਾ ਕਰਨ ਵਾਲਾ, ਅਧੂਰੇ ਨੂੰ ਪੂਰਾ ਕਰਨ ਵਾਲਾ। ਅਧੂਰੇ ਗਿਆਨ ਨੂੰ ਪੂਰਾ ਬੋਲ ਕੇ ਬਿਨਾਂ ਹੋਈ ਨਹੀਂ। ਸ਼ਬਦ ਪੂਰਾ ਕਰਦਾ ਨਾ, ਬੋਲ ਆਵਾਜ਼ ਪੂਰਾ ਕਰੂ ਅਧੂਰੇ ਨੂੰ। ਗਿਆਨ ਆਵਾਜ਼ ਤੇ ਬਿਨਾਂ ਨਹੀਂ ਮਿਲਦਾ ਹੁੰਦਾ। ਸ਼ਬਦ ਪੁਰਖ ਹੈ, ਪੂਰਾ ਕਰਨ ਵਾਲਾ ਹੈ। ਜਾਂ ਤਾਂ ਪੂਰਾ ਕਰਦਾ ਹੈ ਜਾਂ ਕੀ ਕਰਦਾ? ਖੈ ਕਰਦਾ ਹੈ। ਪੂਰਾ ਕਰਦਾ ਹੈ, ਕਸ਼ੈ ਵੀ ਕਰਦਾ, ਨਾਲ ਮਾਰਦਾ ਵੀ। ਹੁਕਮ ਮਾਰਦਾ ਵੀ ਤਾਂ ਹੈ ਨਾ। ਇਹ ਨਾਸ ਕਰਦਾ ਹੈ ਜਾਂ ਪੂਰਾ ਕਰਦਾ, ਜਾਂ ਵਧਾਉਂਦਾ ਹੈ ਜਾਂ ਘਟਾਉਂਦਾ। ਇੱਕ ਐਸਾ ਵੀ ਸ਼ਬਦ ਹੈ ਜਿਹੜਾ ਗਿਆਨ ਘਟਾਉਂਦਾ ਹੈ। ਪਰਮ ਗਿਆਨੀ ਕੀ ਕਰਦੇ ਨੇ? ਪੁਰਖ ਤਾਂ ਉਹ ਵੀ ਨੇ। ਮਨ ਜਿਹੜਾ ਹੈਗਾ ਪੁਰਖ, ਜੇ ਬੋਲਦਾ ਤਾਂ ਭਰਮ ਭੁਲਾਉਂਦਾ, ਜੇ ਦੂਆ ਬੋਲਦਾ ਭਗਤੀ ਲਾਉਂਦਾ। ਪੁਰਖ ਦੋਏ ਨੇ, ਇੱਕ ਭਰਮ ਭੁਲਾਏ, ਇੱਕ ਭਗਤੀ ਲਾਏ। ਸਭ ਤੇਰੇ ਹੁਕਮ, ਸਭ ਤੇਰਾ ਹੁਕਮ ਅਪਾਰਾ। ਦੋ ਕਿਸਮ ਦੇ ਪੁਰਖ ਨੇ, ਦੋ ਕਿਸਮ ਦੀ ਆਵਾਜ਼ ਹੈ। ਕਹੋਂਦੇ ਤਾਂ ਉਹ ਵੀ ਪੁਰਖ ਨੇ, ਉਹ ਪਰ ਭਰਮ ਪੂਰਾ ਕਰਦੇ ਨੇ। ਭਰਮ ਦੀ ਕਮੀ ਜਿਹੜੀ ਹੈ ਉਹਨੂੰ ਪੂਰੀ ਕਰਦੇ ਨੇ। ਜੇ ਭਰਮ ਘੱਟ ਹੈ ਨਾ, ਉਹਨੂੰ ਹੋਰ ਵਧਾਉਂਦੇ ਨੇ। ਭਰਮ ਦੀ ਕਮੀ ਹੋਵੇ ਕਿਸੇ ਕੋਲ, ਕਮੀ ਨਹੀਂ ਰਹਿਣ ਦਿੰਦੇ ਭਰਮ ਦੀ। ਭਰਮ ਦੀ ਕਮੀ ਪੂਰੀ ਕਰਦੇ ਨੇ। ਇੱਕ ਕਿਸਮ ਦੇ ਪੁਰਖ ਤਾਂ ਭਰਮ ਭੁਲਾਉਂਦੇ ਨੇ। ਇੱਕ ਭਗਤੀ ਲਾਉਣ ਵਾਲੇ ਕੀ ਕਰਦੇ ਨੇ? ਗਿਆਨ ਦੀ ਕਮੀ ਪੂਰੀ ਕਰਦੇ ਨੇ। ਜਿਹੜੇ ਭਰਮ ਦੀ ਕਮੀ ਪੂਰੀ ਕਰਦੇ ਨੇ, ਭਰਮ ਗਿਆਨੀ ਨੇ, ਉਹ ਕੌਣ ਨੇ? ਉਹ ਜਮ ਕੇ ਦੂਤ ਨੇ। ਜਮ ਭਰਮ ਹੈ ਨਾ, ਜਮ ਭਰਮ ਹੈ। ਉਹਨਾਂ ਨੂੰ ਜਮ ਕੇ ਦੂਤ ਕਹਿੰਦੇ ਨੇ। ਹੁੰਦੇ ਆਦਮੀ ਉਹਨੇ। ਜਮ ਕੇ ਦੂਤ ਹੋਰ ਕੋਈ ਨਹੀਂ ਹੁੰਦੇ, ਆਦਮੀ ਹੁੰਦੇ ਨੇ। ਜਮ ਕੇ ਦੂਤ ਕਹਿ ਲੋ, ਜਮ ਕਹਿ ਲੋ ਉਹਨਾਂ ਨੂੰ। ਚਾਹੇ ਫਿਰਨਾ ਬਾਜਾ ਤੇ ਸਿਕਦਾਰਾਂ ਨਾ ਪੜਿਆ ਨਾ, ਫਾਹੀ ਲੱਗੀ ਜਾਤ ਫਾਹਣ ਅੱਗੇ ਨਹੀਂ ਥੋ। ਜਿਹੜੇ ਜੰਮ ਕੇ ਜਾਲ ਚ ਫਸਾ ਰਹੇ ਨੇ ਆਪਣੇ ਉਪਦੇਸ਼ ਨਾਲ ਲੋਕਾਂ ਨੂੰ, ਜੰਮ ਕੇ ਦੂਤ ਨੇ। ਉਹ ਹੋਰ ਕਦੇ ਨਹੀਂ ਹੁੰਦੇ ਜੰਮ ਕੇ ਦੂਤ ਬਾਹਰ। ਦੁਨੀਆ ਨੂੰ ਜੋ ਮਰਜ਼ੀ ਕਹੀ ਜਾਣ, ਉਹ ਆਪੇ ਜੰਮ ਕੇ ਦੂਤ ਨੇ ਜਿਹੜੇ ਪ੍ਰਚਾਰ ਕਰਦੇ ਨੇ। ਜਿਹੜੇ ਖੋਲਣ ਵਾਲੇ ਨੇ, ਭਰਮ ਦੂਰ ਕਰਨ ਵਾਲੇ ਨੇ, ਉਹ ਬੰਦੀ ਛੋੜ ਨੇ। ਅਸਲ ਚ ਬੰਦੀ ਛੋੜੇ ਨੇ। ਜਿਹੜੇ ਬੰਧਨ ਕੱਟ ਰਹੇ ਨੇ, ਤੋੜੇ ਬੰਧਨ ਹੋਵੇ ਮੁਕਤ। ਜਿਹੜੇ ਆਪਣਾ ਜਿਹੜੇ ਗੁਰਬਾਣੀ ਦੇ ਜਿਹੜੇ ਵਿਆਖਿਆ ਉਪਦੇਸ਼ ਨਾਲ ਆਪਣੇ ਬੰਧਨ ਕੱਟ ਰਹੇ ਨੇ, ਇਹ ਗੁਰਬਾਣੀ ਦਾ ਐਸਾ ਉਪਦੇਸ਼ ਕਰ ਰਹੇ ਨੇ ਜਿਹਦੇ ਨਾਲ ਕੋਈ ਬੰਧਨ ਕੱਟ ਲਵੇ ਸਮਝ ਕੇ, ਉਹ ਬੰਦੀ ਛੋੜ ਦਾ ਗੁਰਬਾਣੀ ਹੈ। ਅਸਲ ਦੇ ਵਿੱਚ ਬੰਦੀ ਛੋੜ ਦਾ ਗੁਰਬਾਣੀ ਹੋਈ ਹੈ। ਇਹ ਬੰਦੀ ਛੋੜ ਸੱਚਾ ਹੈ। ਸਚਿਆਰੇ ਬੰਦੀ ਛੋੜ ਨੇ, ਕੂੜਿਆਰੇ ਜਿਹੜੇ ਨੇ ਜਮ ਕੇ ਦੂਤ ਨੇ। ਕਹਿ ਲੋ ਇੱਕ ਸਚਿਆਰੇ ਨੇ, ਉਹ ਬੰਦੀ ਛੋੜ ਨੇ। ਬੰਦੀ ਛੋੜ ਦੇ ਪ੍ਰਥਾਏ ਕੰਮ ਕਰਦੇ ਨੇ ਨਾ। ਉਹ ਬੰਦੀ ਛੋੜ ਤਾਂ ਨਹੀਂ ਆ, ਬੰਦੀ ਛੋੜ ਦੇ ਪ੍ਰਥਾਏ ਕੰਮ ਕਰਦੇ ਨੇ, ਬੋਲਦੇ ਨੇ। ਉਹ ਜਮ ਦੇ ਪ੍ਰਥਾਏ ਕੰਮ ਕਰਦੇ ਨੇ। ਦੂਏ ਜਮ ਕੇ ਦੂਤ ਨੇ ਜਿਹੜੇ, ਜਮ ਦੇ ਜਾਲ 'ਚ ਫਸਾਉਂਦੇ ਨੇ ਨਾ। ਜਮ ਦੇ ਪ੍ਰਥਾਏ ਕੰਮ ਕਰਦੇ ਨੇ, ਉਹ ਜਮ ਕੇ ਦੂਤ ਨੇ। ਜਿਹੜੇ ਸੱਚ ਦੇ ਪ੍ਰਥਾਏ ਕੰਮ ਕਰਦੇ ਨੇ, ਸਚਿਆਰੇ ਨੇ, ਉਹ ਬੰਦੀ ਛੋੜ ਦੇ ਪ੍ਰਥਾਏ ਕੰਮ ਕਰਦੇ ਨੇ। ਬੰਦੀ ਛੋੜ ਦੇ ਆਦਿ ਪੁਰਖ ਅਭਿਗਤ ਅਬਿਨਾਸ਼ੀ। ਆਦਿ ਪੁਰਖ ਹੁਕਮ ਹੈ ਸਭ ਤੋਂ ਪਹਿਲਾਂ ਜਿਹੜਾ ਪੈਦਾ ਹੋਇਆ। ਪੁਰਖ ਚੁੱਕੇ ਇੱਕ ਵਚਨ, ਇੱਕ ਕੀ ਹੈ? ਇੱਕ ਹੁਕਮ ਹੈ। ਉਹ ਆਵਾਜ਼ ਇੱਕ ਸਾਰਿਆਂ ਦੀ, ਉਹੀ ਆਦਿ ਪੁਰਖ ਹੈ। ਆਦਿ ਪੁਰਖ ਜਾ ਕੇ ਭੁਲੇਖਾ ਪੈ ਜਾਂਦਾ ਵੀ ਖਾਨੀ ਰੱਬ ਇੱਕੋ ਹੀ ਹੈ।
ਆਦਿ ਪੁਰਖ ਦਾ ਹੁਕਮ ਦਾ ਨਾਮ ਹੈ। ਆਵਾਜ਼ ਸਾਰਿਆਂ ਦੀ ਇੱਕ ਹੈ ਜਿਹੜੀ, ਉਹਨੂੰ ਕਿਹਾ ਆਦਿ ਪੁਰਖ। ਏਕ ਓੰਕਾਰ ਏਕ ਓੰਕਾਰ ਇਹ ਆਦਿ ਪੁਰਖ। ਅਭਿਗਤ ਅਵਿਨਾਸ਼ੀ ਅਵਿਨਾਸ਼ੀ ਦੋ ਗੁਣ ਹੋਰ ਨੇ ਇਹਦੇ ਨਾਲ ਲੱਗੇ ਹੋਏ। ਆਦਿ ਪੁਰਖ ਨਾਲ ਦੋ ਗੁਣ ਲੱਗੇ ਨੇ, ਅਭਿਗਤ ਹੈ ਔਰ ਅਵਿਨਾਸ਼ੀ ਹੈ। ਅਡੋਲ ਹੈ, ਡੋਲਦਾ ਨਹੀਂ ਹੈ, ਡੋਲਦਾ ਨਹੀਂ ਹੈ। ਅਵਿਨਾਸ਼ੀ ਹੈ, ਨਾਸਵੰਤ ਨਹੀਂ ਹੈ। ਚੁੱਪ ਕਰ ਜਾਣਾ, ਪ੍ਰਗਟ ਹੋਣਾ ਅਲੱਗ ਗੱਲ ਹੈ। ਅਵਿਨਾਸ਼ੀ ਹੁੰਦਾ ਜਿਹਨੂੰ ਦੂਆ ਆ ਕੇ ਬਿਠਾ ਦੇਵੇ। ਜਿਵੇਂ ਝੂਠ ਦੀ ਆਵਾਜ਼ ਨੂੰ ਸੱਚ ਪ੍ਰਗਟ ਹੋ ਕੇ ਖਾਮੋਸ਼ ਕਰ ਦਿੰਦੇ, ਇਹਨੂੰ ਕੋਈ ਨਹੀਂ ਖਾਮੋਸ਼ ਕਰਦਾ, ਆਪਣੇ ਆਪ ਖਾਮੋਸ਼ ਹੋ ਜਾਂਦਾ। ਜਿਹਨੂੰ ਦੂਸਰਾ ਖਾਮੋਸ਼ ਕਰਨ ਦੀ ਤਾਕਤ ਰੱਖਦਾ ਉਹ ਨਾਸ਼ਵੰਤ ਹੈ। ਜਿਹਨੂੰ ਦੂਸਰਾ ਕੋਈ ਖਾਮੋਸ਼ ਕਰਨ ਦੀ ਤਾਕਤ ਹੀ ਨਹੀਂ ਰੱਖਦਾ ਉਹ ਵਿਨਾਸ਼ੀ ਹੈ। ਆਪਣੇ ਆਪ ਹੀ ਖਾਮੋਸ਼ ਹੁੰਦਾ ਨਾ, ਉਹ ਮਰਿਆ ਨਹੀਂ ਹੈ। ਆਪਣੇ ਆਪ ਖਾਮੋਸ਼ ਹੋਣਾ ਹੋਰ ਗੱਲ ਹੈ, ਦੂਸਰਾ ਚੁੱਪ ਕਰਾ ਦੇਵੇ ਹੋਰ ਗੱਲ। ਲੋਕ ਚਤੁਰਦਸ ਜੋਤ ਪ੍ਰਕਾਸ਼। ਜਿਹੜਾ ਦੂਸਰਾ ਚੁੱਪ ਕਰਾਉਂਦਾ ਹੈ ਉਹ ਵਿਨਾਸ਼ੀ ਨਹੀਂ ਹੈ। ਝੂਠ ਨੂੰ ਸੱਚ ਚੁੱਪ ਕਰਾ ਦਿੰਦਾ, ਝੂਠ ਵਿਨਾਸ਼ੀ ਨਹੀਂ ਹੈ। ਝੂਠ ਨਾਸਵੰਤ ਹੈ ਨਾ, ਕਿ ਸੱਚ ਚੁੱਪ ਕਰਾ ਦਿੰਦਾ, ਸੱਚ ਉਹਨੂੰ ਮਾਰਨ ਦੀ ਸ਼ਕਤੀ ਰੱਖਦਾ ਹੈ। ਰਹਿੰਦੀ ਤਾਂ ਇਸ ਤਰੀਕੇ ਨਾਲ ਮਾਇਆ ਵੀ ਹਰ ਵਕਤ, ਨਾ ਕਿ ਚਾਹੇ वो ना कि जाए वो राम की दुहाई। नाश तो कुछ ਹੁੰਦਾ ਹੀ ਨਹੀਂ ਇੱਥੇ, ਫਿਰ ਮਾਇਆ ਨੂੰ ਨਾਸਵੰਤ ਕਿਉਂ ਬੋਲੇ? ਮਾਇਆ ਦਾ ਰੂਪ ਨਾਸ ਹੁੰਦਾ ਹੈ, ਉਹਦਾ ਰੂਪ ਨਾਸ ਨਹੀਂ ਹੁੰਦਾ। ਉਹਦਾ ਰੂਪ ਨਾਸ ਨਹੀਂ ਹੁੰਦਾ, ਸੱਚ ਦਾ ਰੂਪ ਨਾਸ ਨਹੀਂ ਹੁੰਦਾ। ਕੂੜ ਦਾ ਰੂਪ ਨਾਸ ਹੁੰਦਾ। ਕੂੜ ਦਾ ਰੂਪ ਸਾਡਾ ਕਲਪਨਾ, ਇਹ ਵੀ ਨਾਸ ਹੁੰਦੀ ਹੈ। ਕੂੜ ਦੀ ਰੂਪ ਕਲਪਨਾ ਨਹੀਂ ਹੈ। ਕਲਪਨਾ ਜਿਹੜਾ ਕੂੜ ਦਾ ਰੂਪ ਹੈ, ਕਲਪਨਾ ਹੀ ਤਾਂ ਟਕਰਾਉਂਦੀ ਹੈ ਸੱਚ ਸ਼ਬਦ ਨਾਲ। ਸਾਡੀ ਕਲਪਨਾ ਜਿਹੜਾ ਕੂੜ ਦਾ ਰੂਪ ਹੈ ਨਾ, ਇਹੀ ਉਹਦੇ ਨਾਲ ਟਕਰਾਉਂਦੀ ਹੈ, ਸੱਚ ਦੇ ਰੂਪ ਨਾਲ, ਹੁਕਮ ਨਾਲ। ਸਾਡੀ ਕਲਪਨਾ ਸਾਡਾ ਹੁਕਮ ਹੈ ਨਾ, ਜਿਹੜਾ ਆਦਮੀ ਦਾ ਮਨੁੱਖ ਦਾ ਹੁਕਮ ਹੈ, ਮਨ ਦਾ ਹੁਕਮ ਹੈ, ਇਹ ਕੂੜ ਦਾ ਰੂਪ ਹੈ। ਇਹੀ ਤਾਂ ਭਰਮ ਭੁਲਾਉਂਦਾ। ਭਰਮ ਕੀ ਭੁਲਾਉਂਦਾ? ਹੁਕਮ ਕੀ ਹੈ? ਮਨ ਭਾਵਦੇ ਭਰਮ ਭੁਲਾਉਣ ਵਾਲਾ ਹੁਕਮ ਹੈ। ਇੱਕ ਤਾਂ ਹੁਕਮ ਹੈਗਾ ਭਗਤੀ ਲਾਉਣ ਵਾਲਾ, ਅੰਤਰਾਤਮਾ ਦੀ ਆਵਾਜ਼ ਹੈ। ਇੱਕ ਮਨ ਦੇ ਵਿੱਚੋਂ ਪੈਦਾ ਹੁੰਦਾ ਹੁਕਮ, ਕਲਪਨਾ, ਇੱਛਾ ਮਾਇਆ ਦੀ ਜਾਂ ਹੋਰ ਹੰਕਾਰ ਦੀ, ਕਬਜ਼ਾ ਕਰਨ ਦੀ। ਇਹ ਕੂੜ ਦਾ ਰੂਪ ਹੈ। ਇਹ ਹੁਕਮ ਕੀ ਹੈ? ਮਨ ਭਾਵਦੇ। ਇਹ ਭਰਮ ਭੁਲਾਉਣ ਵਾਲੇ ਹੁਕਮ ਨੇ, ਉਹ ਭਗਤੀ ਲਾਉਣ ਵਾਲਾ ਹੁਕਮ ਹੈ। ਦੋਏ ਹੁਕਮ ਕਿਹਦੇ ਨੇ? ਇੱਕ ਦੇ ਵਿੱਚ ਤਾਂ ਇੱਕ ਹੈ ਨਾ। ਅੱਧਾ ਮਨ ਹੈ, ਅੱਧਾ ਚਿੱਤ ਹੈ। ਚਿੱਤ ਜੋ ਅੰਤਰਾਤਮਾ ਦੀ ਆਵਾਜ਼ ਭਗਤੀ ਲਾਉਣ ਵਾਲੀ ਹੈ, ਮਨ ਦੀ ਆਵਾਜ਼ ਜਿਹੜੀ ਹੈ ਭਰਮ ਭੁਲਾਉਣ ਵਾਲੀ ਹੈ। ਮਨ ਪ੍ਰਭਾਵਿਤ ਮਾਇਆ ਤੇ ਉਹਨੂੰ ਕਿਹਾ, ਇੱਕ ਨੂੰ ਕਿਹਾ ਹੁਕਮ ਦੋਏ ਤੇਰੇ ਨੇ, ਸਭ ਤੇਰਾ ਹੁਕਮ ਅਪਾਰਾ। ਪਰ ਜਿਹੜਾ ਇੱਕ ਸਾਬਤ ਹੈ ਨਹੀਂ ਟੁੱਟਿਆ, ਇੱਕੋ ਸੱਚਖੰਡ ਬੈਠਾ ਹੈ, ਉਹਨਾਂ ਸਾਰਿਆਂ ਦਾ ਹੁਕਮ ਇੱਕੋ ਹੀ। ਉਹ ਦੋ ਥਾਂ ਹੈ ਨਹੀਂ ਨਾ, ਉਹ ਦੋ ਥਾਂ ਨਹੀਂ ਨਾ ਹੋਏ। ਜਿਹੜਾ ਦੋ ਥਾਂ ਤੇ ਦੋ ਹੁਕਮ ਨੇ, ਜਿਹੜਾ ਇੱਕ ਥਾਂ ਉਹਦਾ ਇੱਕੋ ਹੁਕਮ ਹੈ। ਇੱਕ ਹੁਕਮ ਸੱਚਾ ਹੋ ਸਕਦਾ, ਦੋ ਹੁਕਮ ਜਦ ਹੋਣਗੇ ਕਿ ਸੱਚਾ ਹੋ, ਇੱਕ ਝੂਠਾ ਹੋ। ਇੱਕ ਨਾਸਵੰਤ ਹੋ, ਇੱਕ ਹੁਕਮ ਨਾਸਵੰਤ। ਜਿਹੜਾ ਝੂਠਾ ਨਾਸਵੰਤ ਹੋ, ਜੋ ਉਪਜਿਆ ਹੈ। ਝੂਠਾ ਬਾਅਦ ਚ ਉਪਜਿਆ ਹੁਕਮ, ਉਹ ਪਹਿਲਾਂ ਉਪਜਿਆ ਹੋਇਆ ਜਿਹਦੇ ਨਾਲ ਸ੍ਰਿਸ਼ਟੀ ਰਚੀ ਹੈ ਨਾ ਹੁਕਮ ਨਾਲ, ਉਹ ਪਹਿਲਾਂ। ਜੋ ਬਾਅਦ ਚ ਪੈਦਾ ਹੋਇਆ ਨਾਸ ਉਹਨੇ ਹੁਣ। ਜੋ ਉਪਜਿਓ ਸੋ ਮਾਇਆ ਚ ਪੈਦਾ ਹੋਇਆ ਕਿ ਹੁਕਮ, ਇਹ ਨਹੀਂ ਮਿਲ ਸਕਦਾ। ਜਿਹੜਾ ਹੁਕਮ ਮਨੁੱਖੀ ਹੁਕਮ ਹੈ ਨਾ ਪੈਦਾ ਹੋਇਆ, ਇਹਦਾ ਨਾਸ ਹੋਣਾ ਹੀ ਹੋਣਾ, ਇਸੇ ਨੇ ਮਿਲ ਸਕਦਾ, ਦੂਆ ਨਹੀਂ ਮਿਲ ਸਕਦਾ। ਦੂਆ ਕਾ ਦਊ, ਦੂਆ ਜਾਂ ਸ੍ਰਿਸ਼ਟੀ ਨਹੀਂ ਹੋ, ਲੋੜ ਨਹੀਂ ਹੋ, ਫਿਰ ਉਹ ਜਿਹਦਾ ਹੁਕਮ ਆਪੇ ਵਾਪਸ ਲੈ ਲੂ, ਉਹਨੂੰ ਚੁੱਪ ਕਰ ਜੂਗਾ। ਉਹ ਨਾਸ ਨਹੀਂ ਹੁੰਦਾ, ਉਹ ਪ੍ਰਗਟ ਗੁਪਤ ਹੁੰਦਾ। ਸਾਡਾ ਹੁਕਮ ਨਾਸ ਹੁੰਦਾ, ਦੁਬਾਰਾ ਪੈਦਾ ਹੀ ਨਹੀਂ ਹੁੰਦਾ। ਫਿਰ ਲੋਕ ਚਤੁਰਦਸ ਜੋਤ ਪ੍ਰਕਾਸ਼ੀ। ਲੋਕ ਚਤੁਰਦਸ ਜੋਤ ਪ੍ਰਕਾਸ਼ੀ।
ਚਤੁਰਦਸ 14 ਲੋਕਾਂ ਦੇ ਵਿੱਚ ਜੋਤ ਦਾ ਪ੍ਰਕਾਸ਼ ਕੀਤਾ। ਕਿਵੇਂ ਕੀਤਾ? ਇਹਦਾ ਮਤਲਬ ਇਹ ਨਹੀਂ ਹੈ ਵੀ ਉਹਦੇ ਨਾਲ ਚਾਨਣ ਹੋਇਆ, ਨਹੀਂ ਨਹੀਂ ਨਹੀਂ। ਲੋਕ ਇਹ ਜਿਹੜੇ ਸੀ ਨਾ ਸਾਰੇ ਜੀਵ, ਇਹਨਾਂ ਦੇ ਬਾਹਰ ਜੋਤ ਨਹੀਂ ਸੀ ਜਾਂਦੀ। ਇਹਨਾਂ ਦੀ ਜੋਤ ਬੰਦ ਸੀ ਭਰਮ ਦੇ ਅੰਡੇ 'ਚ। ਉਹਦੇ ਹੁਕਮ ਨਾਲ ਬਾਹਰ ਜੋਤ ਆਉਣ ਲੱਗੀ ਆ। ਇਹਨਾਂ ਨੂੰ ਅੱਖਾਂ ਤੇ ਤਾਂ ਦਿਖਣ ਲੱਗਿਆ, ਅੱਖਾਂ ਤੇ ਨਹੀਂ ਦਿਖਦਾ ਜੇ ਹੁਕਮ ਨਾ ਹੋਵੇ। ਹਾਂ, ਨਾ ਕੰਨਾਂ ਤੇ ਸੁਣੇ, ਨਾ ਅੱਖਾਂ ਤੇ ਦਿਖੇ। ਜਿਵੇਂ ਸਿਲੰਡਰ 'ਚ ਪਾਈ ਹੋਈ ਗੈਸ ਹੋਰ ਗੱਲ ਹੈ, ਜੇ ਉਹਦਾ ਢੱਕਣ ਖੋਲ ਦਈਏ ਫਿਰ ਸਾਰੇ ਫੈਲ ਜਾਂਦੀ ਹੈ। ਬਸ ਏਦਾਂ ਦੀ ਗੱਲ ਸਮਝ ਲਓ ਤੁਸੀਂ। ਜੋਤ ਬੰਦ ਹੁੰਦੀ ਹੈ ਭਰਮ ਦੇ ਅੰਡੇ 'ਚ। ਜਦੋਂ ਜਦ ਹੁਕਮ ਨਹੀਂ ਹੈ ਉਹ ਬਾਹਰ ਨਹੀਂ ਜਾ ਸਕਦੀ। ਹੁਕਮ ਹੋਇਆ ਕੁਝ ਚਿਰ ਵਾਸਤੇ ਉਹਦੀ ਜ਼ਿੰਦਗੀ ਹੈ, ਜਿੰਨਾ ਚਿਰ ਇਹਦੀ ਜੋਤ ਬਾਹਰ ਜਾਂਦੀ ਹੈ। ਇਹ ਪ੍ਰਕਾਸ਼ ਹੈ ਤਾਂ ਹੋਇਆ, ਨਹੀਂ ਇਹ ਬੰਦ ਹੈ ਜਿਵੇਂ ਸਿਲੰਡਰ ਦੀ ਗੈਸ ਬੰਦ ਹੁੰਦੀ ਹੈ। ਇੰਨਾ ਹੀ ਇਹਦਾ ਜੀਵਨ। ਪ੍ਰਕਾਸ਼ ਹੁਕਮ ਨਾ ਹੋਇਆ ਹੋਇਆ ਇਹਨਾਂ ਨੂੰ, ਨਹੀਂ ਤਾਂ ਪੱਥਰ ਸੀਗੇ ਇਹ ਪਏ, ਕਾਲੇ ਪੱਥਰ ਪਏ ਤੇ ਅੰਦਰ ਜੋਤ ਸੀ। ਹੁਕਮ ਆਇਆ, ਜੋਤ ਪੱਥਰ ਦੇ ਬਿੰਦੀ ਬਾਹਰ ਚਮਕਣ ਲੱਗੀ, ਹੀਰੇ ਬਣ ਕੇ ਚਮਕਣ ਲੱਗੇ। ਕਾਲੇ ਪੱਥਰ ਹੀਰੇ ਬਣ ਕੇ ਚਮਕਣ ਲੱਗ ਗਏ। ਉਹਨਾਂ ਜਿਹੜੇ ਹੀਰੇ ਨੇ ਜਿੰਨਾ ਚਿਰ ਇਹਨਾਂ ਦੀ ਜੀਵਨ ਹੈ, ਉਹਨਾਂ ਜਿਹੜੇ ਸਰੀਰ ਨਾਲ ਨੇ। ਬਸ ਉਹਦੇ ਬਾਅਦ ਫਿਰ ਪੱਥਰ ਦੇ ਪੱਥਰ ਹੋ ਜਾਣਗੇ, ਜੜ ਹੋ ਜਾਣਗੇ, ਜੜ ਰੂਪ ਦੇ ਵਿੱਚ ਹੋ ਜਾਣਗੇ। ਜੜ ਵਾਂਗ, ਜੜ ਵਾਂਗ। ਹਾਂ, ਜਿਵੇਂ ਜੜ ਹੁੰਦਾ, ਮਰੇ ਪਏ ਦੀ ਅਵਸਥਾ ਜੜੇ ਹੁੰਦੀ ਹੈ। ਸਰੀਰ ਵੀ ਜੜ, ਉਹ ਵੀ ਜੜ। ਉਹ ਜਦ ਬੇਹੋਸ਼ ਹੈ ਜਿਹਨਾਂ ਚ ਜੜ। ਤੁਸੀਂ ਦੱਸੋ, ਬੇਹੋਸ਼ ਤੋਂ ਉੱਠਿਆ ਆਦਮੀ ਨੂੰ ਪਤਾ ਮੈਂ ਕਿੱਥੇ ਸੀ? ਚਾਹੇ ਸਾਲ ਭਰ ਬੇਹੋਸ਼ ਰਹੇ, 2 ਸਾਲ ਬੇਹੋਸ਼ ਰਹੇ, ਉੱਠ ਕੇ ਕਦੇ ਦੱਸਿਆ ਉਹਨੇ ਕੀ ਗੱਲ ਸੀ? ਜੜ ਪੱਥਰ ਹੀ ਹੁੰਦਾ, ਆਤਮਾ ਪੱਥਰ ਵਰਗੀ ਹੁੰਦੀ ਪਈ, ਕੋਈ ਉਹਨੂੰ ਹੋਸ਼ ਨਹੀਂ। ਉਹਨੇ ਚ ਟਾਈਮ, ਉਹਦੇ ਵਾਸਤੇ ਕੋਈ ਟਾਈਮ ਹੈ ਹੀ ਨਹੀਂ। ਹਸਤ ਕੀਟ ਕੇ ਬੀਜ, ਜੇ ਉਹ ਹੋ ਜਾਵੇ ਕੋਈ ਦੱਸੇ ਤਾਂ ਸਹੀ ਉੱਠ ਕੇ। ਕੁਝ ਜਿਹੜਾ ਹੁੰਦਾ ਯਾਦ ਉਹ ਵੀ ਭੁੱਲ ਜਾਂਦਾ, ਦਿਮਾਗ ਜੋ ਵੀ ਭੁੱਲ ਜਾਂਦਾ, ਸਾਰੀ ਯਾਦਾਸ਼ਤ ਖਤਮ ਹੋ ਜਾਂਦੀ ਹੈ। ਜਿਵੇਂ ਆਪਾਂ ਕਿਸੇ ਚੀਜ਼ ਨਾਲ ਨਾ ਜੁੜੇ ਰਹੀਏ 2-4 ਸਾਲ ਬਾਅਦ ਭੁੱਲ ਜਾਈਦੀ ਹੈ ਨਾ। ਕਿੰਨੀਆਂ ਗੱਲਾਂ ਆਪਾਂ ਭੁੱਲ ਜਾਂਦੇ ਹਾਂ, ਛੇਤੀਓ ਭੁੱਲ ਜਾਂਦੀਆਂ ਕਈ ਗੱਲਾਂ, ਐ ਵਿਸਰ ਜਾਂਦਾ ਇਹਨੂੰ ਸਭ ਕੁਛ। ਹਸਤ ਕੀਟ ਕੇ ਬੀਚ ਸਮਾਨਾ, ਹਸਤ ਕੀਟ ਕੇ ਵਿੱਚ ਸਮਾਨਾ ਕੀ ਸਵਾਇਆ? ਇੱਕ ਹੈ ਜਿਹੜਾ ਇੱਕ ਦੀ ਗੱਲ ਚੱਲਦੀ ਹੈ ਹੁਣ, ਇੱਕ ਜਿਹੜਾ 2 ਥਾਂ ਦੀ ਗੱਲ ਚੱਲਦੀ ਹੈ। ਇਹ ਸੰਸਾਰ 'ਚ ਜਿਹੜਾ ਇੱਕ ਹੈ, ਗੱਲ ਤਾਂ ਇੱਕ ਦੀ ਚੱਲਦੀ ਹੈ, ਪਰ ਉਹਦੀ ਚੱਲਦੀ ਹੈ ਨਾ ਸੰਸਾਰ ਦੇ ਵਿੱਚ। ਉਹੀ ਹਸਤ ਕੀਟ ਕੇ ਵਿੱਚ ਹੈ, ਹੋਰ ਕਿਹਦੇ ਵਿੱਚ ਹੈ? ਚਾਹੇ ਹਾਥੀ ਦੇ ਵਿੱਚ ਹੈ। ਜੇ ਅਸੀਂ ਉਹਦੀ ਇਹ ਗੱਲ ਨਾ ਕਰੀਏ ਨਾ ਵੀ ਜਿਹੜਾ ਸੰਸਾਰ 'ਚ ਇੱਕ ਉਹਦੀ ਗੱਲ ਹੈ, ਤਾਂ ਭੁਲੇਖਾ ਹੋਰ ਪੈ ਜਾਊਗਾ। ਆਹੀ ਭੁਲੇਖਾ ਪਿਆ ਸੰਸਾਰ 'ਚ, ਇਹੀ ਤਾਂ ਭੁਲੇਖਾ ਹੋਰ ਕੀ ਹੈ? ਏਕੰਕਾਰਾਂ ਦੀ ਚੱਲ ਰਹੀ ਹੈ, ਏਕੰਕਾਰਾਂ ਦੀ ਗੱਲ ਚੱਲ ਰਹੀ ਹੈ ਨਾ। ਹਸਤ ਕੀਟ ਕੇ ਵੀ ਸਮਾਨਾ, ਹਸਤੀ ਦੇ ਵਿੱਚ ਵੀ ਇੱਕੋ ਹੀ ਹੈ, ਕੀੜੀ 'ਚ ਵੀ। ਇਹ ਨਾ ਦੇਖੋ ਵੀ ਹਾਥੀ ਬੜਾ, ਉਹ 'ਚ 5-7 ਹੋਣਗੇ, ਉਹ ਆਤਮਾਵਾਂ ਜ਼ਿਆਦਾ ਹੋਣਗੀਆਂ, ਕੀੜੀ 'ਚ ਇੱਕ ਹੈ। ਉਹ 'ਚ ਵੀ ਇੱਕ ਆਤਮਾ, ਉਹ 'ਚ ਵੀ ਇੱਕ ਆਤਮਾ, ਆਤਮਾ ਇੱਕੇ ਰਹੂਗੀ ਦੋਵਾਂ 'ਚ। ਕੋਈ ਫਰਕ ਨਹੀਂ। ਜ਼ਮੀਨ ਜਮਾ ਕੇ ਵਿਖੇ ਸਮਸਤ ਇੱਕ ਜੋਤ ਹੈ, ਬਾੜ ਹੈ ਨਾ ਘਾਟ ਹੈ ਨਾ। ਹਾਂ, ਘਾਟ ਬਾੜ ਕੀ ਹੈ? ਜਾਗਦਾ ਕਿੰਨਾ, ਸੁੱਤਾ ਕਿੰਨਾ ਪਿਆ, ਬਸ ਇਹ ਘਾਟਵਾਦ। ਜਾਗਣ ਸੌਣ ਦੀ ਤਾਂ ਘਾਟਵਾਦ ਹੈ, ਹੋਰ ਕੋਈ ਘਾਟਵਾਦ ਨਹੀਂ। ਚੇਤਨ ਤਾਂ ਗਿਆਨ ਦੀ ਗੱਲ ਹੈ। ਮੱਛਰ ਮੱਛਰ ਆਦਮੀ ਨੂੰ ਵੀ ਚਲਾ ਕੇ ਤੁਸੀਂ ਮਾਰਦੇ ਹੱਥ ਦੂਏ ਪਾਸੇ ਨਿਕਲ ਜਾਂਦਾ। ਰਾਵ ਰੰਕ ਜਹ ਇੱਕ ਸਰ ਜਾਨਾ, ਰਾਮ ਰੰਗ ਜੇ ਇੱਕ ਸਰ ਜਾਨਾ। ਰਾਜਾ ਰੰਗ ਨੂੰ ਨਹੀਂ ਬਹੁਤਾ ਫਰਕ ਹੈਗਾ, ਇੱਕ ਸਰ ਜਾਨਾ। ਜੋ ਜ਼ਿਆਦਾ ਆਉਂਦੀ ਹੈ, ਜਨਮ ਲੈਂਦੀ ਹੈ, ਉਦੋਂ ਰਾਜਾ ਰੰਗ ਇੱਕੋ ਹੀ ਹੁੰਦਾ ਉਹਨੂੰ। ਇਹ ਰਾਮ ਰੰਗ
ਜੋਤ ਵਾਸਤੇ ਕੋਈ ਫਰਕ ਨਹੀਂ ਹੈ। ਰਾਮ ਲਖੋ ਹੱਥ ਕੀਟ ਕੇ ਵੀ ਸਮਾਨ। ਹੁਕਮ ਵੀ ਹੱਥ ਕੀਟ ਦੇ ਵਿੱਚ ਹੈ, ਸਾਰਿਆਂ ਦੇ ਹੁਕਮ ਵੀ ਅੰਦਰ ਹੈ, ਸਾਰਿਆਂ ਦੇ। ਰਾਜਾ ਜੀ ਵੀ ਰੰਗ ਦੇ ਵਿੱਚ ਵੀ ਹੈ ਹੁਕਮ। ਦੇਖੋ ਨਾ, ਹੁਕਮ ਸਾਰਿਆਂ ਦੇ ਵਿੱਚ ਸਮਾਇਆ। ਜਿੱਥੇ ਜੋਤ ਹੈ ਹੁਕਮ ਉੱਥੇ ਨਾਲ ਹੈ, ਕਿਉਂਕਿ ਡਿਵੈਲਪਮੈਂਟ ਜੋ ਹੁਕਮ ਨੇ ਕਰਨਾ ਉਹਨੂੰ ਸਦਾ ਰੱਖਿਆ ਹਮਨੇ ਕਿਹਾ ਦਾ ਹੈ। ਬਾਡੀਗਾਰਡ ਨਾਲੇ ਰਹੂਗਾ ਨਾ, ਰੱਖਿਆ ਕਰਨ ਵਾਲਾ ਨਾਲ ਨਹੀਂ ਰਹੂ ਤਾਂ ਫਿਰ ਰੱਖਿਆ ਕੌਣ ਕਰੂਗਾ ਉਹਦੀ? ਰਕਸ਼ਕ ਵੀ ਨਾਲ ਹੈ ਜੋਤ ਦੇ। ਜਿੱਥੇ ਜੋਤ ਹੈ ਰਕਸ਼ਕ ਬਾਡੀਗਾਰਡ ਨਾਲ ਹੈ ਉੱਥੇ ਉਹਦੇ, ਚਾਹੇ ਹਾਥੀ ਦੇ ਵਿੱਚ ਹੈ ਚਾਹੇ ਕੀੜੀ ਦੇ ਵਿੱਚ ਹੈ। ਇਹ ਨਹੀਂ ਵੀ ਹਾਥੀ ਤਾਂ ਚੱਲ ਆਪੇ ਰਕਸ਼ਾ ਕਰ ਲੂਗਾ ਆਪਣੀ, ਖਤਰਾ ਤਾਂ ਕੀੜੀ ਨੂੰ ਹੈ। ਬਾਡੀਗਾਰਡ ਵੀ ਨਾਲੇ ਹੈ, ਜਿੱਥੇ ਜੋਤ ਹੈ ਉੱਥੇ ਬਾਡੀਗਾਰਡ ਹੈ। ਡਿਵੈਲਪਮੈਂਟ ਕਰਨ ਵਾਲਾ ਉੱਥੇ ਨਾਲ ਹੈ। ਸਤਿਗੁਰ ਮੇਰਾ ਸਦਾ ਸਦਾ, ਸਦਾ ਸਦਾ ਦਾ ਮਤਲਬ ਹੈ ਸਦਾ ਹੀ ਨਾਲ ਰਹਿੰਦਾ। ਗੁਰ ਮੇਰਾ ਸੰਗ ਸਦਾ ਹੈ ਨਾਲੇ। ਉਹ ਜਿਹੜਾ ਗੁਰ ਮੇਰਾ ਸੰਗ ਸਦਾ ਹੈ ਨਾਲੇ, ਉਹੀ ਸਦਾ ਰੱਖਿਆ ਹਮਨੇ ਹੈ। ਸਦਾ ਰੱਖਿਆ ਹੋ ਰਹੀ ਹੈ। ਗੁਰ ਕੀ ਹੈ? ਗੁਰ ਗਿਆਨ ਸਰੂਪ ਹੈ, ਸ਼ਬਦ ਹੈ। ਗੁਰ ਸ਼ਬਦ ਹੈ, ਸ਼ਬਦ ਗੁਰੂ ਹੈ ਨਾ, ਉਹ ਹੁਕਮ ਨਾਲ ਹੀ ਹੈ ਸਾਰਿਆਂ ਦੇ। ਅੰਤਰਾਤਮਾ ਦੀ ਆਵਾਜ਼ ਜਿਹੜੀ ਨਾਲ ਹੈ। ਅਦਵੈ ਅਲਖ ਪੁਰਖ ਅਭਿਗਾਮੀ। ਅਦਵੈ ਪੁਰਖ, ਅਦਵੈ ਪੁਰਖ ਕਹਿੰਦੇ, ਅਦਵੈ ਅਲਖ ਪੁਰਖ ਅਭਿਗਾਮੀ। ਹਾਂ, ਅਦਵੈ ਉਹਨੂੰ ਕਹਿੰਦੇ ਜੀ ਚ ਭੇਦਭਾਵ ਨਹੀਂ ਹੈ, ਦੁਆਇਤ ਨਹੀਂ ਹੈ। ਇਹ ਨਹੀਂ ਵੀ ਆ ਮੇਰਾ ਹੈਗਾ ਮੇਰਾ ਨਹੀਂ ਹੈ, ਆ ਚੰਗਾ ਆ ਮਾੜਾ ਨਹੀਂ। ਰਾਮ ਰੰਗ ਜੇ ਇੱਕ ਸਰ ਜਾਣ, ਅਦਵੈ ਆਪੇ ਹੈ। ਹਸਤ ਕੀਟ ਕੇ ਬੀਜ ਸਮਾਨ। ਹੱਥ ਕੀਟ ਕੇ ਬੀਜ ਸਮਾਨ। ਕੋਈ ਹੋਰ ਉਹਦੇ ਸਾਰੇ ਹੀ ਨੇ, ਉਹਨੇ ਸਾਰਿਆਂ ਦੀ ਰਾਖੀ ਕਰਨੀ ਹੈ। ਕੋਈ ਦੁਆਇਤ ਨਹੀਂ ਉਹਦੇ ਵਿੱਚ। ਦੂਜਾ ਉਹਦੇ ਸਾਰੇ ਹੀ ਨੇ, ਦੂਜਾ ਕੌਣ? ਉਹਦੇ ਵਾਸਤੇ ਦੂਜਾ ਕੋਈ ਨਹੀਂ, ਸਾਡੇ ਵਾਸਤੇ ਦੂਜਾ ਹੋਊਗਾ। ਅਲਖ ਪੁਰਖ ਅਭਿਗਾਮੀ। ਅਲਖ ਪੁਰਖ, ਅਲਖ ਪੁਰਖ ਉਹਨੂੰ ਕੰਮ ਇਹ ਕਹਿ ਲਓ ਤੁਸੀਂ। ਸਾਡੇ ਜਿਹੜੇ ਗਿਆਨ ਅੰਦਰ ਯਾਰ ਬੁੱਧੀ ਹੈ, ਅਸਲ 'ਚ 6 ਨੇ ਸਾਡੇ ਕੋਲ ਪਾਵਰ। 5 ਕਹਿੰਦੇ ਨੇ। ਉਹ 5 'ਚ ਕੰਮ ਕੌਣ ਕਰਦਾ? ਜਿਹੜਾ ਕੰਮ ਕੌਣ ਕਰਦਾ ਉਹਦਾ ਛੱਡਤਾ। 5 ਤਾਂ ਉਹਦੇ ਹਥਿਆਰ ਨੇ, 6ਵਾਂ ਡਾਕਟਰ ਆਪ ਹੈ। ਜੇ ਡਾਕਟਰ ਨੂੰ ਹੋਵੇ ਹਥਿਆਰ ਕੀ ਕਰਨਗੇ? ਆਪਰੇਸ਼ਨ ਡਾਕਟਰ ਨੇ ਕਰਨਾ ਹੈ ਕਿ ਹਥਿਆਰਾਂ ਨੇ ਕਰਨਾ? ਠੀਕ ਹੈ, ਹਥਿਆਰਾਂ ਨਾਲ ਆਪਰੇਸ਼ਨ ਹੋਊਗਾ, ਇਹ ਗੱਲ ਠੀਕ ਹੈ, ਪਰ ਡਾਕਟਰ ਦੇ ਬਿਨਾਂ ਕਿਵੇਂ ਹੋਊਗਾ? ਇਸ ਕਰਕੇ ਇਹਨਾਂ ਨੇ ਬੁਖਾਰ ਵੀ 5 ਮੰਨੇ ਤੇ ਇਹਨਾਂ ਨੇ ਘਰ ਵੀ ਇਹ 5 ਮੰਨੇ ਨੇ। ਗਿਆਨ ਇੰਦਰ ਵੀ 5 ਮੰਨੇ। ਗਿਆਨ ਇੰਦਰ ਜਿਹੜਾ ਕੰਮ ਕਰਨ ਵਾਲਾ ਗਿਆਨ ਇੰਦਰ ਹੈ, ਜੋ ਛੱਡ ਦਿੱਤਾ, ਉਹਦੇ ਛੱਡਤਾ। 6 ਘਰ 6। ਹਾਂ, 6 ਘਰ 6 ਗੁਰ 6 ਉਪਦੇਸ਼। ਗੁਰ ਵੀ 6 ਨੇ, ਗਿਆਨ ਇੰਦਰ 6 ਨੇ, 5 ਨਹੀਂ ਹਨ। ਬੁਖਾਰ ਵੀ 6 ਨੇ। ਜੇ ਗੱਲ ਫਾਲਤੂ ਨਾ ਹੁੰਦੀ ਤਾਂ ਫਿਰ ਸਾਡਾ ਧਰਮ ਕਾਹਦਾ ਫਾਲਤੂ ਹੈ? ਇਹ ਜੜ ਤੱਕ ਸੀਮਤ ਨੇ, ਦੂਏ ਧਰਮ ਸਰੀਰ ਤੱਕ ਸੀਮਤ ਨੇ। ਇਹਦਾ ਮਤਲਬ ਹੈ ਇਹਨਾਂ ਨੇ ਤਨ ਚੋਂ ਮਨ ਨਹੀਂ ਦੇਖਿਆ। ਜੇ ਤਨ ਚੋਂ ਆਤਮਾ ਦੇਖ ਲੈਂਦੇ ਤਾਂ 6ਵੇਂ ਦਾ ਪਤਾ ਲੱਗਦਾ। ਸਨਕ ਸਨੰਦਨ ਨਾਰਦ ਮੁਨੀ ਸੇਖਾ ਤਿਨ ਵੀ ਤਨ ਮੇ ਮਨ ਨਹੀਂ ਵੇਖਾ। ਜੇ ਵੇਖ ਲੈਂਦੇ 6 ਨਾ ਕਹਿੰਦੇ, 5 ਕਹਿੰਦੇ ਨੇ। ਉਹ ਜਿਹੜਾ ਦਿਮਾਗ 'ਚ ਪਤੰਦਰ ਬੈਠਦਾ, ਜੇ ਦਿਮਾਗ 'ਚ ਨਾ ਹੋਵੇ, ਦਿਮਾਗ ਦੇ ਥਰੂ ਅੱਖਾਂ ਚੱਲਦੀਆਂ ਨੇ, ਦਿਮਾਗ ਦੇ ਥਰੂ ਕੰਨ ਚੱਲਦੇ ਨੇ, ਦਿਮਾਗ ਦੇ ਥਰੂ ਸਭ। ਨਾਲੇ ਤਿਰਕੁਟੀ ਕਹੀ ਜਾਂਦੇ ਨੇ। ਉਹ ਤਿਰਕੁਟੀ 'ਚ ਬੈਠ ਕੇ ਤਾਂ ਸਰੀਰ ਤੇ ਕੰਟਰੋਲ ਕਰਦਾ। ਉਹ ਕੌਣ ਕਰਦਾ? ਉਹ ਕੂੜਿਆਰਾ ਕਰਦਾ, ਸਚਿਆਰਾ ਨਹੀਂ ਹੈਗਾ। ਕੂੜਿਆਰੇ ਦਾ ਕਬਜ਼ਾ ਇੱਥੇ। ਇਹਦਾ ਕੂੜਿਆਰੇ ਨੂੰ ਵੀ ਨਹੀਂ ਜਾਣਦੇ। ਕੂੜਿਆਰੇ ਸਚਿਆਰੇ ਨੂੰ ਕੀ ਜਾਣਦੇ? ਇਹਨਾਂ ਨੂੰ ਤਾਂ ਆਪਣੇ ਆਪ ਦਾ ਵੀ ਪਤਾ ਨਹੀਂ। ਕੂੜਿਆਰੇ ਤਾਂ ਆਪੇ ਆਪਣੇ ਆਪ ਨੂੰ ਨਹੀਂ ਜਾਣਦੇ। ਜੋ ਆਪ ਦੇ ਗਾਹਾਂ ਵਾਲੇ ਨੂੰ ਤਾਂ ਕੀ ਜਾਣਦੇ? ਉਹ ਗਾਹਾਂ ਵਾਲਾ ਤਾਂ ਬਾਪ ਹੈ ਨਾ ਜੀ, ਜੋ ਪੈਦਾ ਹੋਏ ਨੇ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਮਾਤਾ ਪਿਤਾ ਨੂੰ ਤਾਂ ਜਾਣਨ, ਪਹਿਲਾਂ ਪੁੱਤ ਨੂੰ ਜਾਣ ਲੈਣ। ਜੇ ਸਰੀਰ ਨੂੰ ਪੁੱਤ ਜਾਣਦੇ ਨੇ, ਉਹ ਜੀ ਮਾਤਾ ਪਿਤਾ ਬਣਾਈ ਹੋਈ ਹੈ, ਉਹਨਾਂ ਨੂੰ ਜਾਣਦੇ ਨੇ।
ਕਿਉਂਕਿ ਆਪ ਸਰੀਰ ਹੈ ਨਾ। ਜਿਹੜੇ ਆਪ ਨੂੰ ਸਰੀਰ ਮੰਨਦੇ ਨੇ ਉਹ ਮਾਤਾ ਪਿਤਾ ਬਾਹਰ ਸਰੀਰ ਵਾਲੇ ਮਾਤਾ ਪਿਤਾ ਬਣਾਏ ਹੋਏ ਨੇ। ਨਾ ਇਹਨਾਂ ਨੂੰ ਆਪਣਾ ਪਤਾ, ਨਾ ਇਹਨਾਂ ਨੂੰ ਆਪਣੇ ਮਾਤਾ ਪਿਤਾ ਦਾ ਪਤਾ। ਇਹੀ ਸੰਸ਼ੋਧਨ ਕੀਤਾ ਗੁਰਬਾਣੀ ਨੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਇਸੇ ਕਰਕੇ ਇਤਿਹਾਸ ਤੇ ਖੜੇ ਨੇ, ਇਸੇ ਕਰਕੇ ਟੀਕਿਆਂ 'ਚ ਬਹਾਲੀਆਂ ਗੱਲਾਂ ਕਰਦੇ ਨੇ, ਇਸੇ ਕਰਕੇ ਨੇਤਰਾਂ ਨੂੰ ਅੱਖਾਂ ਸਮਝ ਲਿਆ ਇਹਨਾਂ ਨੇ, ਇਸੇ ਕਰਕੇ ਕੰਨਾਂ ਨੂੰ ਕੰਨ ਸਮਝ ਲਿਆ ਇਹਨਾਂ ਨੇ, ਇਸੇ ਕਰਕੇ ਜਿਹਬਾ ਨੂੰ ਜੀਭ ਸਮਝ ਲਿਆ ਇਹਨਾਂ ਨੇ, ਰਸਨਾ ਨੂੰ ਜੀਭ ਸਮਝ ਲਿਆ। ਜੜ ਬੁੱਧੀ ਹੈ ਨਾ, ਚੇਤਨ ਨੂੰ ਤਾਂ ਜਾਣਦਾ ਹੀ ਨਹੀਂ। ਇਹ ਚੇਤਨ ਦੀ ਗੱਲ ਕਰੀਏ, ਕਹਿੰਦੇ ਤੁਸੀਂ ਤਾਂ ਪੰਡਤ ਹੋ। ਪੰਡਤ ਤੁਸੀਂ ਹੋ, ਪੰਡਤ ਚੇਤਨ ਨੂੰ ਛੱਡ ਗਿਆ ਸੀ। ਇਹਨਾਂ ਨੂੰ ਇਹ ਨਹੀਂ ਪਤਾ ਪੰਡਤ ਨੇ ਤਾਂ ਚੇਤਨ ਤਾਂ ਛੱਡਤੀ ਸੀ, ਜੜ ਤੇ ਆ ਗਿਆ ਸੀ। ਇੱਥੋਂ ਹੀ ਪੰਡਤ ਪਾੜੀ ਬਾੜ ਕਿਹਾ ਹੋਇਆ। ਵੇਦ ਵਿੱਚ ਚੇਤਨ ਦੀ ਗੱਲ ਹੈ, ਗੁਰਬਾਣੀ ਚੇਤਨ ਦੀ ਗੱਲ ਕਰਦੀ ਹੈ। ਇਹ ਅਰਥ ਜੜ ਵਾਲੇ ਕਰਦੇ ਨੇ, ਇਹ ਪੰਡਤ ਦੇ ਕੀਤੇ ਅਰਥ ਨੇ। ਇਹਨਾਂ ਨੂੰ ਇਹ ਨਹੀਂ ਪਤਾ ਪੰਡਤ ਦੇ ਬਹੁਤ ਖਿਲਾਫ ਨੇ, ਵੈਸੇ ਨਫ਼ਰਤ ਕਰਦੇ ਨੇ, ਪਰ ਚੇਲੇ ਪੰਡਤ ਦੇ ਹੀ ਨੇ। ਕਿਉਂਕਿ ਨਫ਼ਰਤ ਗੁਰਬਾਣੀ ਨਹੀਂ ਸਿਖਾਉਂਦੀ, ਪੰਡਤ ਸਿਖਾਉਂਦਾ। ਪੰਡਤ ਦੇ ਚੇਲੇ ਨੂੰ ਨਫ਼ਰਤ ਹੈਗੀ। ਦੁਆਇਤ ਗੁਰਬਾਣੀ ਨਹੀਂ ਸਿਖਾਉਂਦੀ, ਪੰਡਤ ਸਿਖਾਉਂਦਾ। ਦੁਆਇਤ ਇਹਨਾਂ ਕੋਲ ਹੈਗੀ ਹੈ। ਜਿਹਨਾਂ ਕੋਲ ਦੁਆਇਤ ਹੈ, ਨਫ਼ਰਤ ਉਹ ਪੰਡਤ ਦੇ ਚੇਲੇ ਨੇ। ਪੰਡਤ ਦੇ ਦੁਆਇਤ ਔਰ ਨਫ਼ਰਤ ਹੈ। ਗੁਰਬਾਣੀ ਕੋਲ ਤਾਂ ਦੁਆਇਤ ਔਰ ਪੰਡਤ ਸਵਾਲ ਪੈਦਾ ਨਹੀਂ ਹੁੰਦਾ। ਇਹ ਤਾਂ ਮਟਾਉਂਦੀ ਹੈ ਦੁਰਭਾਵ ਨੂੰ। ਇਹਨਾਂ ਦੁਰਭਾਵਨਾ ਸਿੱਖਾਂ ਨੂੰ ਕਿੱਥੋਂ ਆਈ ਹੈ? ਪੰਡਤ ਤੋਂ ਆਈ ਹੈ। ਪੰਡਤ ਦੇ ਅਰਥ ਪੰਡਤਾਂ ਨੇ ਕੀਤੇ ਨੇ। ਸਾਬ ਵੀ ਉਹੀ ਅਰਥ ਕਰਦਾ। ਭਾਵੇਂ ਜੋ ਦੁਆਇਤ ਭਾਵਨਾ ਨਹੀਂ ਸੀ, ਸਮਝਦਾ ਸੀ, ਪਰ ਅਰਥ ਨਹੀਂ ਸਮਝ ਸਕਿਆ। ਉਹ ਸਮਝ ਨਹੀਂ ਸਕਿਆ ਵੀ ਕਿੱਥੋਂ ਮੁੱਕ ਗਏ ਅਸੀਂ, ਕਿੱਥੋਂ ਰਾਹ ਪਾੜ ਲਿਆ ਪੰਡਤ ਨੇ। ਹਾਲਾਂਕਿ ਕਬੀਰ ਨੇ ਇਸ਼ਾਰਾ ਕੀਤਾ ਸੀ, ਪੰਡਤ ਪਾੜੀ ਬਾੜ, ਪਾਨ ਬੋੜੀ ਪ੍ਰਥਮੀ ਪੰਡਤ ਪਾੜੀ ਬਾੜ। ਪਾਨ ਨਾਲ ਪੱਥਰ ਪੂਜਾ। ਪੱਥਰ ਪੂਜਾ ਕਾਹਦੇ ਹੈ? ਸਰੀਰ ਦੀ। ਸਰੀਰ ਹੈ ਤਾਂ ਪੱਥਰ ਪੂਜਾ ਹੀ। ਆਤਮਾ ਬਾਰੇ ਪੱਥਰ ਰੱਖੋ, ਕਿਹੜਾ ਰੱਖ ਲਓਗੇ? ਆਤਮਾ ਦੀ ਫੋਟੋ ਬਣਾਓ ਕਿਵੇਂ ਬਣ ਜੂਗੀ? ਆਤਮਾ ਦੀ ਮੂਰਤੀ ਬਣਾਓ ਕਿਵੇਂ ਬਣ ਜੂਗੀ? ਜਿਨ੍ਹਾਂ ਨੇ ਆਤਮਾ ਨੂੰ ਮੰਨਿਆ, ਮੂਰਤੀ ਬਣ ਹੀ ਨਹੀਂ ਸਕਦੀ। ਆਤਮਾ ਦੀਦੀ ਹੋਣੀ ਜਦ, ਕਿਵੇਂ ਬਣ ਜੂਗੀ ਮੂਰਤੀ? ਸਰੀਰ ਨੂੰ ਦੇਖਣ ਵਾਲੇ ਸਰੀਰ ਤੇ ਖੜੇ ਸੀ, ਉਹ ਮੂਰਤੀ ਪੂਜਾ। ਉਹੀ 10 ਗੁਰੂ ਮੰਨਦੇ ਨੇ। 10 ਕਿਵੇਂ ਨੇ? ਇੱਕ ਪਾਸੇ ਕਹਿੰਦੇ ਜੋਤ ਇੱਕ ਹੈ, ਇੱਕ ਪਾਸੇ ਕਹਿੰਦੇ ਗੁਰੂ 10 ਨੇ। ਪੰਡਤ ਦੇ ਚੇਲੇ ਜੋ ਹੋਏ, ਚੇਲੇ ਜੋ ਪੰਡਤ ਦੇ ਹੋਏ, ਗੁਰੂ ਵੀ 10 ਨੇ, ਜੋਤ ਵੀ ਇੱਕ ਹੈ। ਤੇ ਇੱਕ ਫਿਰ ਸ਼ਬਦ ਗੁਰੂ ਹੈ, ਉਹ ਕਹਿੰਦੇ 11ਵਾਂ। ਇੱਕ ਗ੍ਰੰਥ ਗੁਰੂ ਹੈ, ਉਹ ਕਹਿੰਦੇ। ਇੱਕ ਖਾਲਸਾ ਗੁਰੂ ਹੈ, ਉਹ ਕਹਿੰਦੇ। ਗੁਰੂਆਂ ਦੀ ਪੂਰੀ ਮੰਡੀ ਲੱਗ ਗਈ। ਅਸਲੀ ਕਿਹੜਾ ਪਛਾਣੇ ਨਹੀਂ ਹੁਣ। ਅੱਖਰਾਂ ਨੂੰ ਸ਼ਬਦ ਗੁਰੂ ਕਹਿਤਾ। ਸ਼ਬਦ ਕੰਨਾਂ ਦਾ ਵਿਸ਼ਾ ਹੈ, ਸੁਣਨ ਵਾਲਾ। ਕੰਨਾਂ ਨੂੰ ਸੁਣਨ ਵਾਲੇ ਸ਼ਬਦ ਨੂੰ ਵੀ ਗੁਰੂ ਨਹੀਂ ਮੰਨਿਆ ਹੋਇਆ। ਬੜੀ ਤੁਰਕੀ ਬਾਣੀ ਹੈ, ਉਹਨੂੰ ਕਿਹਾ ਵਾਹ ਵਾਹ ਬਾਣੀ ਨਿਰੰਕਾਰ ਹੈ। ਮੂੰਹਾਂ ਤਾਂ ਬੋਲਿਆ ਹੋਇਆ ਜਿਹੜਾ ਸ਼ਬਦ ਭਾਉ ਹੈ, ਮੂੰਹ ਕਾ ਕਹਿਆ ਭਾਉ ਹਵਾ ਮਾਇਆ ਹੈ। ਜੇ ਭਾਉ ਹੈ ਮਾਇਆ ਤਾਂ ਟੇਪ ਰਿਕਾਰਡ ਹੋ ਜਾਂਦੀ ਹੈ। ਇਹ ਗੁਰੂ ਨਹੀਂ ਹੈ, ਇਹ ਗੁਰਦੇਵ ਹੈ, ਗੁਰੂ ਨਹੀਂ ਹੈ। ਹਾਂ, ਇਹ ਜੋ ਗਿਆਨ ਹੈ ਰੜਕਿਆ ਹੋਇਆ ਮੱਖਣ, ਉਹਨੂੰ ਗੁਰੂ ਜ਼ਰੂਰ ਕਿਹਾ ਹੋਇਆ। ਜੇ ਮਿਲ ਜਵੇ ਕਿਸੇ ਨੂੰ ਸ਼ੁੱਧ ਮੂੰਹ ਕੇ ਭਾਉ ਜੋ ਮੱਖਣ, ਜੇ ਕੋਈ ਸਮਝ ਲਵੇ ਨਾ ਦਾ ਮੱਖਣ ਤੱਤ, ਜਿਹੜਾ ਤੱਤ ਹੈ ਉਹ ਜ਼ਰੂਰ ਗੁਰੂ, ਉਹਨੂੰ ਜ਼ਰੂਰ ਗੁਰੂ ਕਿਹਾ। ਗਿਆਨ ਗੁਰੂ ਉਹ ਤੱਤ ਹੈ। ਉਹ ਕੀ ਹੈ? ਉਹ ਆਤਮਾ ਨੂੰ ਦਾ ਦਰਸ਼ਨ ਕਰਾਉਂਦਾ ਹੈ, ਉਹ ਕਰਾਉਂਦਾ ਆਤਮਾ ਦਾ ਦਰਸ਼ਨ। ਉਹ ਗਿਆਨ ਗੁਰੂ ਆਤਮਾ ਦਾ ਉਪਦੇਸ਼। ਹਾਂ, ਸਰੀਰ ਤੋਂ ਅੱਗੇ ਲੈ ਜਾਂਦਾ ਹੈ, ਤਾਂ ਉਹਨੂੰ ਗੁਰੂ ਕਿਹਾ ਹੋਇਆ। ਸਭ ਘਟ ਘਟ ਕੇ ਅੰਤਰਜਾਮੀ। ਸਭ ਘਟ ਘਟ ਕੇ ਅੰਤਰਜਾਮੀ। ਹੁਣ ਘਟ ਕੇ ਹਿਰਦੇ 'ਚ ਦੇਖਣ, ਅੰਦਰ ਹਿਰਦੇ ਦੇ ਵਿੱਚ ਹੈ ਉਹ, ਸਰੀਰ ਤਾਂ ਹੈ ਨਹੀਂ। ਘਟ ਦੇ ਵਿੱਚ ਜੇ ਦੇਖਣ, ਉਹ ਕਿਹੜੀ ਅੱਖ ਨੂੰ ਦੇਖੋ? ਸਾਰਿਆਂ ਘਟਾਂ ਦੇ ਵਿੱਚ
ਅੰਤਰਜਾਮੀ ਹੈ ਉਹ। ਅਲਖ ਰੂਪ ਅਛੈ ਅੰਦਰ ਦੀ ਗੱਲ ਅਨਪੇਖਾ ਨੂੰ ਜਾਣਨ ਵਾਲਾ ਹੈ ਕਿ ਅੰਦਰ ਜੋ ਬੈਠਾ ਸਭ ਦੇ। ਹਾਂਜੀ। ਅਲਖ ਰੂਪ ਅਛੈ ਅਨਪੇਖਾ ਉਹ ਅੰਤਰਜਾਮੀ ਕਿਵੇਂ ਹੈ? ਉਹਨੇ ਅੰਦਰ ਦੇ ਨੱਥ ਪਾਈ ਹੋਈ ਹੈ। ਜਿਹੜਾ ਸਰੀਰ ਨੂੰ ਚਲਾਉਂਦਾ ਨੱਥ ਉਹਦੇ ਹੀ ਪਾਈ ਹੋਈ ਹੈ ਉਹਨੇ। ਜਿਹੜਾ ਡਰਾਈਵਰ ਹੁੰਦਾ ਨਾ ਗੱਡੀ ਤੇ ਰੇਹੜੀ ਤੇ ਆ ਬੈਠਾ, ਬੁਲਦਾਂ ਦੇ ਆ ਟਾਂਗੇ ਦੇ ਉੱਤੇ ਬੈਠਾ ਜਾਂ ਘੋੜੇ ਤੇ ਬੈਠਾ, ਉਹ ਘੋੜੇ ਤੇ ਜਿਹੜਾ ਸਿਆਣਾ ਬੰਦਾ ਨਾ ਬੁਲਦਾਂ ਦਾ ਬੈਠਾ, ਉਹ ਪਛਾਣ ਲੈਂਦਾ ਵੀ ਬੁਲਦਾਂ ਦੀ ਅੱਖ ਹੁਣ ਇਹ ਰਸਤੇ ਮੁੜਦੀ ਹੈ। ਉਹ ਪਹਿਲਾਂ ਹੀ ਰਸਾ ਖਿੱਚ ਦਿੰਦਾ ਵੀ ਇਹਨੂੰ ਨਹੀਂ ਜਾਣਾ, ਇਹਨੂੰ ਜਾਣਾ। ਉਹਨਾਂ ਦੀ ਜਾਣਦਾ ਹੁੰਦਾ ਵੀ ਜੇ ਨਾ ਮੈਂ ਹਲਾਇਆ ਇਹਨੂੰ ਨਾ ਚਲੇ ਜਾਣ। ਇਹ ਰੋਜ਼ ਇਹ ਰਸਤੇ ਜਾਂਦੇ ਨੇ ਨਾ, ਅੱਜ ਇਹਨੂੰ ਮੈਂ ਲੈ ਕੇ ਨਹੀਂ ਜਾਣੇ, ਮੈਂ ਇਹਨੂੰ ਲੈ ਕੇ ਜਾਣੇ ਨੇ। ਉਹ ਪਹਿਲਾਂ ਹੀ ਚੌਕਸ ਹੋ ਜਾਂਦਾ, ਰਸੇ ਖਿੱਚ ਲੈਂਦਾ। ਪਰ ਜਿਹੜਾ ਉਹਨੇ ਕੰਮ ਕਰਾਉਣਾ ਪਹਿਲਾਂ ਹੀ ਡੋਰ ਖਿੱਚ ਲੈਂਦਾ ਵੀ ਇਹਨੂੰ ਨਹੀਂ ਜਾਣਾ, ਇਹਨੂੰ ਜਾਣਾ। ਜੇ ਸੋਚਵੇਂ ਰਸੇ ਰੱਖ ਕੇ ਫਿਰ ਬਹੁਤ ਜਿੱਧਰ ਮਰਜ਼ੀ ਲੈ ਜਾਣ, ਫਿਰ ਕੀ ਹੈ? ਫਿਰ ਜੇ ਬਹੁਤ ਦੀ ਜਗ੍ਹਾ ਝੋਟਾ ਪੜਿਆ ਹੋਵੇ, ਜਦੋਂ ਪਤਾ ਲੱਗੂ ਜਾਂ ਟੋਭੇ 'ਚ ਗੱਡਾ ਤਲ ਲੱਗ ਜੂਗਾ, ਜਾ ਕੇ ਛੱਪੜੇ ਵੜ ਜਾਣਾ ਉਹਨਾਂ ਨੇ। ਉਹਦੇ ਜਦੋਂ ਪਤਾ ਲੱਗੂ ਜਾਂ ਪਾਣੀ ਲੱਗੂ ਪਿੱਠ ਨੂੰ ਵੀ ਕਿੱਥੇ ਆ ਬੜੇ। ਇਸ ਕਰਕੇ ਡਰਾਈਵਰ ਵੀ ਜਿਹੜਾ ਨਾ ਪਾਤਰੀ ਰਹੇ सचेत सचेत, बेड़े को कप्पर क्या करे पर क्या करे जो पातड़ी रहे सचेत। ਇਹਨੂੰ ਸਚੇਤ ਰਹਿਣਾ ਪੈਂਦਾ ਪਾਤੜੀ ਨੂੰ ਵੀ। ਜੇ ਸਚੇਤ ਅੰਦਰ ਵਾਲਾ ਸਚੇਤ ਉਹ ਤਾਂ ਸੌਂਦਾ ਹੀ ਨਹੀਂ, ਉਹ ਤਾਂ ਨਹੀਂ ਸੌਂਦਾ। ਉਹਨੂੰ ਪਤਾ ਵੀ ਗੱਡਾ ਕਿਤੇ ਟੋਭੇ ਚਲਾ ਲੈ ਬੜੇ। ਇਹ ਸੋਚਵੇ ਤਾਂ ਵੀ ਇਤਵਾਰ ਕਰਦਾ, ਉਹਨੂੰ ਕੀ ਪਤਾ ਕਦ ਉੱਠ ਖੜੇ। ਉਹ ਨਹੀਂ ਸੌਂਦਾ। ਸਤਿਗੁਰ ਜਾਗਤਾ ਹੈ ਦੇ ਉਹ ਭੂਲੀ ਬਗਲਣੀ ਹੈ ਉਹ ਜਾਗਦਾ। ਜਾਗਤ ਜੋਤ ਜਪੈ ਨਿਸਬਸਰ, ਉਸੇ ਨੂੰ ਜਪਣਾ, ਉਸੇ ਨੂੰ ਜਾਣਨਾ। ਜਾਗਤ ਜੋਤ ਨੂੰ ਜਿਹੜੀ ਜਾਗਦੀ ਰਹਿੰਦੀ ਹੈ ਜੋਤ, ਬੁਝੀ ਜੋਤ ਨਹੀਂ ਜਪੀਦੀ ਹੁੰਦੀ। ਬੁਝੀ ਜੋਤ ਤੇ ਕੀ ਲੈਣਾ? ਜਗਦੀ ਜੋਤ ਰੋਸ਼ਨੀ ਦਊ ਤੁਹਾਨੂੰ, ਬੁਝੀ ਜੋਤ ਰੋਸ਼ਨੀ ਦਿੰਦੀ ਹੁੰਦੀ ਹੈ। ਲੈਣੀ ਰੋਸ਼ਨੀ ਹੈ, ਬੁਝੀ ਜੋਤ ਤੇ ਕੀ ਲੈਣਾ? ਅਸਾਂਤਾਂ ਦੇ ਦੀਵੇ ਆਪਣੇ ਬੁਝੇ ਹੋਏ ਨੇ ਵਿਚਾਰਿਆਂ ਦੇ, ਦੂਏ ਦੇ ਕੀ ਜਾਣਗੇ? ਉਹ ਜਿਹਦਾ ਦੀਵਾ ਬੁਝਿਆ ਹੋਇਆ ਤੁਸੀਂ ਦੂਏ ਦਾ ਕੀ ਜਾਣਨਾ ਨਾ। ਜਾਗਦੇ ਜੋਤ ਕੋਲ ਜਾਈਦਾ ਹੁੰਦਾ, ਜਿੱਥੋਂ ਰੋਸ਼ਨੀ ਮਿਲੇ ਕੁਛ। ਉਹ ਤਾਂ ਆਪ ਬੁਝਾਈ ਬੈਠੇ ਨੇ, ਤੁਹਾਡਾ ਫੂਕ ਮਾਰ ਕੇ ਬੁਝਾ ਦੇਣਗੇ। ਇਹ ਤਾਂ ਜੇ ਕੋਈ ਗੱਲ ਤੁਸੀਂ ਅਕਲ ਦੀ ਕਰੋਗੇ, ਫੂਕ ਮਾਰ ਕੇ ਦੀਵਾ ਬੁਝਾ ਦਿੰਦੇ ਨੇ। ਕਹਿੰਦੇ ਨਾ ਨਾ ਇਹ ਗੱਲਾਂ ਨਹੀਂ ਕਰੀ ਦੀਆਂ। ਹਾਂਜੀ। अलख रूप अछै अनपेखा, ਅਲੱਖ ਰੂਪ ਐਸਾ ਰੂਪ ਹੈ ਜਿਹੜਾ ਗਿਆਨ ਇੰਦਰਾ ਤੋਂ ਪਰੇ ਹੈ। ਅਲੱਖ ਰੂਪ ਹੈ, ਤੀਜੀ ਅੱਖਰਾਂ ਨੇ ਦੇਖਿਆ ਜਾਂਦਾ ਹੈ। ਜੋ ਅਲੱਖ ਚੀਜ਼ ਹੈ ਨਾ, ਵਿਵੇਕ ਬੁੱਧੀ ਨਾਲ ਸਮਝ, ਉਹਦੀ ਸਮਝ ਆਉਂਦੀ ਹੈ। ਦੇਖਣ ਨਾਲ ਉਹਦੀ ਸਮਝ ਆ ਜਾਂਦੀ ਹੈ। अनपेखा ਅਨਪੇਖਾ ਕੋਈ ਭੇਖ ਨਹੀਂ ਹੈ, ਭੇਖ ਰਹਿਤ ਹੈ। अछै अनपेखा ਅੱਛਾ ਹੈ, ਅੱਛਾ ਹੈ ਕਹਿੰਦੇ ਨੇ ਜੋ ਮਰਦਾ ਦੀ ਸ਼ੈ ਨਹੀਂ ਹੁੰਦਾ, ਨਾਸਵੰਤ ਨਹੀਂ ਹੈ। ਭੇਖ ਤਾਂ ਨਾਸਵੰਤ ਹੈ। ਜਿਹੜਾ ਭੇਖ ਕੋਈ ਵੀ ਹੈ ਨਾਸਵੰਤ ਹੈ। ਉਹ ਤਾਂ ਇਸ ਕਰਕੇ ਹੀ ਨਾਸਵੰਤ ਨਹੀਂ, ਉਹਦਾ ਕੋਈ ਭੇਖ ਨਹੀਂ ਹੈ। ਜੋ ਭੇਖ ਹੈ ਸਭ ਨਾਸਵੰਤ ਹੈ, कैसा भी हो चाहे। राग रंग या रूप न रेखा, ना कोई राग है, और राग ते परे है, परे है ना राग ते, वैरागी है, राग ते परे है। रागी जड़े ने ताही रागिया नूं रोगी क्या दस पातशाह ने। और रागी दा रोगी हुंदा या बैरागी हुंदा, फिर इहदे रोग दूर हुंदे ने। रागी अपने आप को कीर्तनीय कहने लग गए। कीर्तनीय नहीं होंगे रागी, कीर्तनीय होर ने, कीर्तनीय की डेफिनेशन होर है गुरबाणी च। इन्हों पता भी रागी नूं रोगी क्या है, कहते भी रागी ना कहो। जिहड़ा राग दे विच गाउंदा रागी है, जिहड़ा राग दा पाबंद है वो रागी है। पाबंदी तो परे वाला ਜਿਹੜਾ ਹੈਗਾ ਉਹ ਕੀਰਤਨੀ ਹੈ। ਕੀਰਤਨ ਪਾਬੰਦ ਨਹੀਂ ਹੈ। ਕੀਰਤਨੀਆਂ ਦੀ ਮਗਰ ਰਾਗ ਹੁੰਦਾ, ਰਾਗੀ ਰਾਗ ਦੇ ਮਗਰ ਹੁੰਦਾ।
ਰਾਗੀ ਨੇ ਰਾਗ ਦੇ ਵਿੱਚ ਰਹਿਣਾ ਹੁੰਦਾ ਹੈ। ਕੀਰਤਨੀਆਂ ਦੇ ਪਿੱਛੇ ਪਿੱਛੇ ਆਉਂਦਾ ਹੁੰਦਾ ਸਭ ਕੁਛ ਆਪੇ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਪਿੱਛੇ ਪਿੱਛੇ ਆਈਆਂ ਪਿੱਛੇ ਪਿੱਛੇ ਆਈਆਂ ਨੇ। ਇਹ ਰਿੱਧ ਸਿੱਧ ਤਾਂ ਮਗਰ ਮਗਰ ਹੈ ਦਾਸੀ ਲਾਵੇਂ ਕੀ ਜਾਂ ਨਾਮ ਪ੍ਰਗਟ ਹੁੰਦਾ। ਰਿੱਧ ਸਿੱਧ ਚਾਹੁੰਦੀਆਂ ਨੇ ਇਹ ਰਾਗ ਰਾਗਣੀਆਂ ਤਾਂ ਨਾਵੇਂ ਕੀ ਦਾਸੀ ਹੈ। ਇਹ ਰਾਗੀ ਕੀ ਜਾਣ ਵਿਚਾਰੇ ਰੋਗੀ ਗੱਲ ਕੀ ਹੈ ਇਹ। ਕੋਈ ਕਾਲਜ ਸੀ ਉੱਥੇ ਕੋਈ ਪੜਾਇਆ ਜਾਂਦਾ ਸੀ। ਕਿਹਨੇ ਰਾਗ ਪੜਾਇਆ ਸੀ? ਗੁਰੂ ਅਮਰਦਾਸ ਨੂੰ। ਕਿੱਥੋਂ ਸਿੱਖਿਆ ਸੀ? ਇਹਦਾ ਸਭ ਆਵੇ ਆ ਜਾਂਦਾ ਹੁੰਦਾ ਪਿੱਛੇ ਪਿੱਛੇ। ਉਹ ਨਾਮ ਵਿੱਚ ਸਾਰੇ ਗੁਣ ਨੇ ਇਹਦੇ ਵਿੱਚ, ਸਾਰੀਆਂ ਵਡਿਆਈਆਂ ਨਾਮ ਦੇ ਵਿੱਚ। ਹਰ ਆਪੇ ਹੀ ਇੱਕ ਰੰਗ ਹੈ, ਆਪੇ ਬਹੁ ਰੰਗੀ ਬਾਕੀ ਰੰਗ ਤਾਂ ਇਹਦੇ ਵਿੱਚ ਨੇ। ਸੂਰਜ ਦੀ ਲਾਈਟ ਸਾਰੇ ਰੰਗ ਹੁੰਦੇ ਨੇ। ਸੂਰਜ ਦੀ ਲਾਈਟ ਵਿੱਚ ਸਾਰੇ ਹੀ ਰੰਗ ਨੇ। ਨਾਮ ਵਿੱਚ ਸਾਰੇ ਹੀ ਰਾਗ ਸਾਰੇ ਗੁਣ ਨੇ। ਸਾਰੇ ਗੁਣ ਵਿੱਚ ਆ ਜਾਂਦੇ ਨੇ। ਉਹਨਾਂ ਨੂੰ ਨਹੀਂ ਲੋੜ ਹੁੰਦੀ ਰਾਗ ਦੀ। ਉਹ ਪਾਬੰਦ ਨਹੀਂ ਹੁੰਦੇ ਕਿਸੇ ਚੀਜ਼ ਦੇ, ਜਿੱਧਰ ਚਲੇ ਜਾਣ। ਹਾਂਜੀ ਰਾਗ ਰੰਗ ਜੈ ਰੂਪ ਨ ਰੇਖਾ। ਨਾ ਕੋਈ ਰਾਗ ਹੈ ਨਾ ਰੰਗ ਹੈ। ਰਾਗ ਨਾ ਰੰਗ ਨਾ ਰੂਪ ਨਾ ਰੇਖ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ। ਦੇ ਬਹੀਰ ਸਨੇਹ ਸਭੋ ਸਨ ਗੇ ਵਿਰक्त अगे अच्छा है। जान को देत अजान को देत जमीन को देत जमाने को दा है। काहे को डोलत है तुमरी सुध सुंदर श्री पद्मा पतलाय है। दसम पातशाह दी बाणी है। किथे ਉਹ ਕਿੱਥੇ ਰਾਗੀ? ਰਾਗ ਦੇ ਪਰੇ ਉਹ ਇਹ ਕੀ ਕਰਦੇ ਨੇ ਰਾਗੀ? ਕੋਈ ਗਾਵੇ ਰਾਗੀ ਨਾਦੀ ਬੇਦੀ ਉਹ ਭਾਂਤ ਕਰ ਨਹੀਂ ਹਰ ਹਰ ਭੀਜੈ। ਰਾਗੀ ਤਾਂ ਭਿੱਜਦੇ ਹੀ ਨਹੀਂ ਹੁੰਦੇ ਨਾਮ ਨਾਲ, ਕਦੇ ਭਿੱਜੇ ਨਹੀਂ ਸਕਦੇ ਔਰ ਭਿੱਜਣਗੇ ਵੀ ਨਹੀਂ। ਕਿਉਂ? ਇਹਨਾਂ ਦੀ ਸੁਰਤ ਇਹ ਤਾਂ ਰਾਗ ਦੇ ਵਿੱਚ ਆਇਆ, ਪੈਸਿਆਂ 'ਚ। ਇਹ ਸੰਗਤ ਵਿੱਚ ਆ। ਮੇਰੇ ਰਾਗ ਦੇ ਕਿੰਨੇ ਕੁ ਪ੍ਰਭਾਵਿਤ ਨੇ, ਮੇਰੇ ਗੁਣ ਤੇ ਕਿੰਨੇ ਕੁ ਪ੍ਰਭਾਵਿਤ ਨੇ। 3-4 ਸਾਲ ਦਾ ਧਿਆਨ ਬੜਿਆ ਹੋਇਆ ਇਹਨਾਂ ਦਾ। ਨਾਮ ਨਾਲ ਜੁੜ ਕੇ ਹੀ ਨਹੀਂ ਹੁੰਦੇ। ਰਾਗੀ ਗਾਉਂਦਾ ਪਬਲਿਕ ਵਾਸਤੇ, ਕੀਰਤਨੀਆਂ ਗਾਉਂਦਾ ਆਪਣੇ ਵਾਸਤੇ। ਕੀਰਤੀ ਕਰਦਾ ਕੀਰਤੀ ਕਰਨ ਸਰਣ ਮਨ ਮੋਹਨ ਜੋਹਨ ਪਾਪ ਵਿਦਾਰਨ ਕੋ। ਉਹ ਤਾਂ ਪਾਪਾਂ ਨੂੰ ਭਜਾਉਣ ਵਾਸਤੇ ਗਾ ਰਿਹਾ, ਕੀਰਤੀ ਕਰ ਰਿਹਾ। ਕੀਰਤੀ ਕਰਨ ਸਰਣ ਮਨ ਮੋਹਨ ਜੋਹਨ ਪਾਪ ਵਿਦਾਰਨ ਕੋ। ਅੰਦਰੋਂ ਪਾਪ ਭਜਾਉਣ ਵਾਸਤੇ ਕਰ ਰਿਹਾ। ਇਹ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕਰ ਰਹੇ ਨੇ। ਦੋਹਾਂ ਦਾ ਟਾਰਗੇਟ ਅਲੱਗ ਹੈ। ਇਹ ਕੀ ਜਾਣ ਲੱਗੀ ਗੱਲ ਕੀ ਹੈ? ਇਹਨਾਂ ਨੂੰ ਕੀ ਪਤਾ ਕੀ ਗੱਲ ਹੈ? ਉਹ ਗੱਲ ਹੋਰ, ਇਹ ਗੱਲ ਹੋਰ। ਉਹ ਮਾਇਆ ਨਾਲ ਜੁੜ ਕੇ ਗਾਉਂਦੇ ਨੇ, ਉਹ ਨਾਮ ਨਾਲ ਜੁੜ ਕੇ ਗਾਉਂਦੇ ਨੇ। ਇਹ ਝੂਠ ਨਾਲ ਜੁੜ ਕੇ ਗਾਉਂਦੇ ਨੇ, ਤਬਲੇ ਨਾਲ ਜੁੜ ਕੇ ਗਾਉਂਦੇ ਨੇ, ਉਹ ਨਾਮ ਨਾਲ ਜੁੜ ਕੇ ਗਾਉਂਦੇ ਨੇ। ਉਹ ਬੁਲਾਏ ਬੋਲਦੇ ਨੇ। ਇਹਨਾਂ ਨੂੰ ਬੁਲਾਉਣ ਵਾਲੇ ਸਾਜ਼ ਨੇ। ਹਾਂਜੀ ਰਾਗ ਰੰਗ ਜਹ ਰੂਪ ਨ ਰੇਖਾ। ਰਾਗ ਰੰਗ ਜਹ ਰੂਪ ਨਾ ਰੂਪ ਹੈ ਨਾ ਰੇਖ ਹੈ ਨਾ ਰਾਗ ਹੈ ਨਾ ਰੰਗ ਹੈ, ਸਭ ਤੋਂ ਪਰੇ ਹੈ। ਤੇ ਕੀਰਤਨ ਦਰਬਾਰ ਵਾਲੇ ਕੀ ਕਰਦੇ ਨੇ? ਕੀ ਮਿਲੂਗਾ? ਉਹ ਤਾਂ ਇਹ ਤਾਂ ਪਰੇ ਹੈ। ਪਰੇ ਹੈ, ਸ਼ਬਦ ਵਿਚਾਰ ਵਿੱਚ ਹੈ। ਉਹ ਸਵਾਲ ਹੈ ਫਿਰ ਕਾਹਦੇ ਵਿੱਚ ਹੈ? ਗੁਰਬਾਣੀ ਦੀ ਵਿਚਾਰ ਵਿੱਚ ਹੈ। ਉਹ ਇਹਦੇ ਵਿੱਚ ਕਿਤੇ ਨਹੀਂ ਹੈ। ਕੀਰਤਨ ਦੇ ਵਿੱਚ ਆ ਜੋ ਕੁਝ ਹੋ ਰਿਹਾ ਇਹਦੇ ਵਿੱਚ ਨਹੀਂ ਹੈ। ਉਹ ਸ਼ਬਦ ਵਿਚਾਰ ਵਿੱਚ ਹੈ। ਗੁਣ ਵਿਚਾਰੇ ਗਿਆਨੀ ਸੋਏ ਗੁਣ ਮਹਿ ਗਿਆਨ ਪ੍ਰਾਪਤ ਹੋਏ। ਗੁਣਾਂ ਦੀ ਗੁਰਬਾਣੀ ਦੀ ਗੁਣ ਗਾਇਨ ਹੈ। ਗੁਰਬਾਣੀ ਇਹਦੀ ਵਿਚਾਰ ਵਿੱਚ ਉਹ ਗਿਆਨ ਪ੍ਰਾਪਤ ਹੋਣਾ ਜਿਹਨੂੰ ਕਹਿੰਦੇ ਸੰਤੋ ਮਾਖਣ ਖਾਇਆ ਛਾਛ ਪੀਏ ਸੰਸਾਰ। ਉਹ ਗਿਆਨ ਪ੍ਰਾਪਤ ਹੁੰਦੇ ਜਿਹੜੇ ਗੁਰੂ ਹੈ। ਗਿਆਨ ਗੁਰੂ ਆਤਮ ਉਪਦੇਸੋ। ਵਰਨ ਚਿਹਨ ਸਭ ਹੁੰਦੇ ਨਿਆਰਾ। ਵਰਨ ਚਿੰਨ ਸਭ ਹੁੰਦੇ ਨਿਆਰਾ। ਵਰਨ 4 ਵਰਨ ਬਣਾਏ ਨੇ ਹਿੰਦੂਆਂ ਨੇ। ਵਰਨ ਦਾ ਮਤਲਬ ਹੀ ਨਹੀਂ ਉੱਥੇ ਕੋਈ। ਚਿੰਨ ਸਾਡੇ ਨੇ, ਜਿਹੜੇ 5 ਕਕਾਰ ਨੇ,
ਕਿਸੇ ਦਾ ਕੋਈ ਚਿੰਨ੍ਹ ਕਿ ਇਹ ਸਾਰਿਆਂ ਤੇ ਅਲੱਗ ਹੈ ਸਭ ਚੀਜ਼। ਸਭ ਧਰਮ ਜਦ ਹੋ ਜਾਂਦਾ ਨਾ ਧਰਮ ਸੱਚ, ਫਿਰ ਉਹ ਬੰਦਿਸ਼ ਧਰਮਾਂ ਦੀ ਬੰਦਿਸ਼ ਤੋਂ ਪਰੇ ਚਲਾ ਜਾਂਦਾ। ਜਿਹੜੀਆਂ ਬੰਦਿਸ਼ਾਂ ਨੇ ਨਾ ਭੇਖ ਦੀਆਂ, ਕਹੋ ਨਾ ਭੇਖ ਭੀਜੂ, ਦਸਮ ਪਾਇਆ ਖੁਦ ਕਹਿ ਰਹੇ ਨੇ, ਅਲੇਖ ਬੀਜ ਬੀਜੂ। ਹਾਂਜੀ।